ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਜਤਿੰਦਰ ਜੀ, ਅਸੀਂ ਭਾਵੇਂ ਲੱਖ ਚਾਹੀਏ ਪਰ ਆਪਣੇ ਗੁਆਂਢੀ ਨਹੀਂ ਬਦਲ ਸਕਦੇ। ਗੁਆਂਢੀ ਤਾਂ ਉੱਥੇ ਹੀ ਰਹਿਣਗੇ। ਇਹ ਸਾਡੀ ਇੱਕ ਜਿਓਗ੍ਰਾਫੀ ਦੀ ਸੱਚਾਈ ਹੈ। ਵਾਕਈ ਜਿਓਗ੍ਰਾਫੀ ਸਾਡੀ ਡੈਸਟੀਨੀ ਹੁੰਦੀ ਹੈ, ਅਸੀਂ ਸਾਰੇ ਜਾਣਦੇ ਹਾਂ। ਸੋ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਹੜ੍ਹਾਂ ਦੇ ਕਾਰਨ ਬਹੁਤ ਜ਼ਿਆਦਾ ਉੱਥੇ ਦੁੱਖ ਹੈ, ਬਹੁਤ ਜ਼ਿਆਦਾ ਭੁੱਖ ਹੈ, ਮੌਤਾਂ ਵੀ ਹੋ ਰਹੀਆਂ ਨੇ ਔਰ ਜਿਹੜੇ ਹਾਲਾਤ ਨੇ ਉਹ ਕੰਟਰੋਲ ਵਿੱਚ ਨਹੀਂ ਹੈਗੇ ਔਰ ਸਰਕਾਰਾਂ ਨੇ ਵੀ ਹੱਥ ਖੜੇ ਕੀਤੇ ਹੋਏ ਨੇ। ਵਾਕਈ ਤੁਹਾਡੀ ਗੱਲ ਬੜੀ ਸਹੀ ਹੈ ਕਿ ਇੱਕ ਵਾਰ ਮੈਨੂੰ ਯਾਦ ਆ ਯੂਨੀਵਰਸਿਟੀ ਦੇ ਵਿੱਚ ਨਾ ਸਾਨੂੰ ਕੋਈ ਟੀਚਰ ਚੰਗਾ ਨਹੀਂ ਲੱਗਦਾ ਅਤੇ ਅਸੀਂ ਜਾ ਕੇ ਆਪਣੇ HOD ਨੂੰ ਗੱਲ ਕੀਤੀ। ਅਸੀਂ ਕਿਹਾ ਵੀ ਹੁਣ ਇਹਨੂੰ ਬਦਲ ਦਿਓ, ਐ ਜੋ ਫਲਾਨ ਬਾਬਾ ਸ਼ਿਕਾਇਤਾਂ ਸ਼ਿਕੂਤਾਂ ਲਾਈਆਂ ਅਤੇ ਸਾਡੇ HOD ਨੇ ਸਾਨੂੰ ਇੱਕ ਜਵਾਬ ਕਿਹਾ, ਕਹਿੰਦਾ ਤੁਹਾਡੇ ਮਾਪੇ ਅਤੇ ਤੁਹਾਡੇ ਅਧਿਆਪਕ ਤੁਹਾਡੀ ਮਰਜ਼ੀ ਦੇ ਨਹੀਂ ਹੋ ਸਕਦੇ। ਉਹ ਫਿਰ ਗੱਲ ਹੀ ਨਹੀਂ ਕੋਈ ਆਈ ਵੀ ਕੀ ਕਹੀਏ ਹੁਣ ਇਹਨਾਂ ਨੂੰ। ਹੁਣ ਜਿੱਦਾਂ ਤੁਸੀਂ ਕਿਹਾ ਗੁਆਂਢ, ਹੁਣ ਗੁਆਂਢ ਟੈਰੀਟੋਰੀਅਲੀ ਜਿਓਗ੍ਰਾਫਿਕਲੀ ਅਸੀਂ ਨਹੀਂ ਉਹਨੂੰ ਬਦਲ ਸਕਦੇ। ਉਹ ਬਦਲਣਾ ਚਾਹੀਦਾ ਵੀ ਨਹੀਂ, ਕਿਉਂਕਿ ਸਾਡੀਆਂ ਕਹਿੰਦੇ ਨਾ ਵੀ ਯਾਦਾਂ ਬੜੀਆਂ ਜੁੜੀਆਂ ਹੋਈਆਂ, ਜੜ੍ਹਾਂ ਉੱਥੇ ਆ ਸਾਡੀਆਂ। ਲਹਿੰਦਾ ਪੰਜਾਬ ਸਾਡਾ ਇੱਕ ਤਰੀਕੇ ਨਾਲ ਆਪਣੇ ਆਪ ਦਾ ਕਹਿ ਲਓ ਕਿ ਸਾਡਾ ਹਿੱਸਾ ਆ। ਸੋ ਕੁਦਰਤ ਨੇ ਉੱਥੇ ਕਹਿਰ ਕੀਤਾ ਆ ਅਤੇ ਅਸੀਂ ਇਹੀ ਦੁਆ ਕਰਦੇ ਹਾਂ ਵੀ ਜਲਦ ਤੋਂ ਜਲਦ ਠੀਕ ਹੋਵੇ। ਇਮਦਾਦ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੰਟਰਨੈਸ਼ਨਲ ਇਮਦਾਦ ਦੇ ਲਈ ਬੜੇ ਚਿਰ ਤੋਂ ਗੁਹਾਰ ਲਾਈ ਹੋਈ ਸੀਗੀ ਔਰ ਲੋਕ ਅੱਗੇ ਵੀ ਆਏ ਨੇ, ਬੜੇ ਲੋਕਾਂ ਨੇ ਉਹਨਾਂ ਨੂੰ ਵੱਧ ਚੜ੍ਹ ਕੇ ਦਿੱਤੀ ਹੈ। ਮੈਨੂੰ ਯਾਦ ਹੈ ਆਸਟ੍ਰੇਲੀਆ ਨੇ ਬਹੁਤ ਜ਼ਿਆਦਾ ਮਦਦ ਭੇਜੀ ਸੀਗੀ। ਇੱਥੋਂ ਤੱਕ ਕਿ ਬਹੁਤ ਕੁਛ ਹੈ। ਹੁਣ ਤੁਸੀਂ ਗੱਲ ਕਰ ਰਹੇ ਸੀ ਕਿ ਅਮਰੀਕਾ ਨੇ ਉੱਥੇ ਕੁਛ ਬੜੀ ਵੱਡੀ ਮਦਦ ਭੇਜੀ ਹੈ। ਅਮਰੀਕਾ ਨੇ ਮਦਦ ਭੇਜੀ ਹੈ, ਜਿਹੜੀ F-16 ਉਹਨਾਂ ਦੇ ਐਰੋਪਲੇਨਸ ਨੇ, ਉਹਨਾਂ ਦੇ ਵਾਸਤੇ ਜਿਹੜੀ ਮੇਨਟੇਨੈਂਸ ਹੈ 45,000 ਕਰੋੜ ਡਾਲਰ ਉਹ ਪਹੁੰਚੇ ਨੇ। ਔਰ ਇਸ ਵਕਤ ਮਨੁੱਖੀ ਸਹਾਇਤਾ ਦੀ ਲੋੜ ਸੀ ਪਰ ਮੇਨਟੇਨੈਂਸ ਵਾਸਤੇ। ਔਰ ਇਸੇ ਕਾਰਨ ਇੰਡੀਆ ਜਿਹੜਾ ਹੈ ਉਹ ਇੰਡੋ ਪੈਸੀਫਿਕ ਦਾ ਜਿਹੜਾ ਇਕਨੋਮਿਕ ਫਰੰਟ ਆ, ਜਿਹੜਾ US ਉਹਦਾ ਹੈੱਡ ਆ, ਉਹਦੇ ਵਿੱਚੋਂ ਵਾਕਆਊਟ ਕਰ ਗਿਆ ਹੈ, ਬਾਹਰ ਨਿਕਲ ਗਿਆ ਹੈ ਇੰਡੀਆ। ਸੋ ਇਹ ਵੀ ਇੱਕ ਡਿਵੈਲਪਮੈਂਟ ਹੋਈ ਹੈ ਇੰਟਰਨੈਸ਼ਨਲ ਲੈਵਲ ਦੇ। ਜਦੋਂ ਤੁਸੀਂ ਨਾ US ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜੀ ਚਲਾਕ ਸਟੇਟ ਹੈ ਜਿਹੜੀ ਦੁਨੀਆ ਦੇ ਉੱਤੇ, ਜਿਹੜੀ ਆਪਾਂ ਕਹਿੰਦੇ ਸੀ ਕਿ ਵਰਲਡ ਪਾਵਰ ਵੀ ਆ। ਚਲੋ ਹੁਣ ਤਾਂ ਬੜੀ ਸਾਰੀਆਂ ਐਮਰਜਿੰਗ ਪਾਵਰਸ ਵੀ ਨਾਲ ਖੜੀਆਂ ਹੋ ਗਈਆਂ ਉੱਥੇ। ਹੁਣ ਸਟੇਟਸ ਵੀ ਜਿਹੜਾ ਉਹ ਸ਼ੇਡੀ ਸਟੇਟਸ ਹੋ ਗਿਆ ਵੀ ਵਰਲਡ ਪਾਵਰ ਦਾ। ਅਮਰੀਕਾ ਸਭ ਤੋਂ ਜ਼ਿਆਦਾ ਚਲਾਕ ਆ। ਹੁਣ ਦੇਖੋ ਅਮਰੀਕਾ ਨੇ ਜਿੰਨੀਆਂ ਲੜਾਈਆਂ ਲੜੀਆਂ ਕਿਸੇ ਦੂਸਰੇ ਦੀ ਧਰਤੀ 'ਤੇ ਜਾ ਕੇ ਲੜ ਲਈਆਂ। ਉਹਨਾਂ ਨੂੰ ਪਤਾ ਸੀ ਵੀ ਜੇ ਸਾਡੀ ਧਰਤੀ 'ਤੇ ਲੜ ਹੋਣ ਤਾਂ ਅਸੀਂ 100 ਸਾਲ ਪਿੱਛੇ ਚਲੇ ਜਾਈਏ, ਜਿੰਨੀ ਅਸੀਂ ਡਿਵੈਲਪਮੈਂਟ ਕੀਤੀ ਆ। ਆਪਾਂ ਉਹਨੇ 9/11 ਕਿਉਂਕਿ ਇਸੇ ਮਹੀਨੇ ਹੋਇਆ 9/11, ਜਦੋਂ ਲਾਸਟ ਡੇ 9 ਤਰੀਕ ਨੂੰ ਹੋਇਆ ਸੀ 9/11 ਦੀ ਗੱਲ ਕਰੀਏ। ਅਤੇ ਉਹ ਮਹੀਨਾ ਜਿਹੜਾ ਆ 11 ਤਰੀਕ ਜਿਹੜੀ ਕੱਲ੍ਹ ਹੀ ਹੋਇਆ ਸੀਗਾ। ਅਤੇ ਉਹ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਕਿ ਇੱਕ ਤਰੀਕੇ ਦੇ ਨਾਲ ਦੇਖੋ ਕਿੰਨੇ ਚਿਰ ਬਾਅਦ ਜਾ ਕੇ ਉਹਨਾਂ ਨੇ ਬਦਲਾ ਲੈ ਲਿਆ ਉਹਦਾ। ਹੁਣ ਇਹਨਾਂ ਦੀ ਦੇਣ ਆ ਇਹ ਜਿਹੜੀ ਆਪਾਂ ਕਹਿੰਦੇ ਨਾ ਕਿ ਬਹੁਤ ਸਾਰੀਆਂ ਆਰਟਿਲਰੀਜ਼ ਨੇ, ਬਹੁਤ ਸਾਰੇ ਬੜੇ ਸਾਰੇ ਨਵੇਂ ਹਥਿਆਰ ਆ ਜਾਂਦੇ ਨੇ। ਅਮਰੀਕਾ ਦੁਨੀਆ ਦੇ ਵਿੱਚ ਆਪਣੇ ਹਥਿਆਰਾਂ ਲਈ ਜਾਣਿਆ ਜਾਂਦਾ। ਤੁਹਾਨੂੰ ਪਤਾ ਹੈ ਅਮਰੀਕਾ ਦੀ 70% ਇਕੋਨਮੀ ਜਿਹੜੀ ਆ ਉਹ ਹਥਿਆਰਾਂ 'ਤੇ ਟਿਕੀ ਹੋਈ ਆ। ਸੈਟੇਲਾਈਟ ਇੰਡਸਟਰੀ ਆ ਹਥਿਆਰਾਂ ਦੇ। ਮਤਲਬ ਇਹ ਕਹਿ ਲਓ ਕਿ ਵਾਰ, ਜਿਹਨੂੰ ਅਸੀਂ ਵਾਰ ਟ੍ਰੇਡ ਕਹਿੰਦੇ ਆ ਨਾ, ਉਹ ਇਹੀ ਆ। ਔਰ ਇਹ ਨਹੀਂ ਚਾਹੁੰਦਾ ਕਿ ਦੁਨੀਆ ਦੇ ਲੋਕ ਜਿਹੜੇ ਨੇ ਉਹ ਖੁਸ਼ ਹੋ ਕੇ ਭਾਈਚਾਰਕ ਸਾਂਝ ਦੇ ਨਾਲ ਬਹਿ ਜਾਣ, ਕਿਉਂਕਿ ਅਮਰੀਕਾ ਦੇ ਲਈ ਟੌਪਮੋਸਟ ਪ੍ਰਾਇਓਰਿਟੀ ਉਹਨਾਂ ਦੀ ਇਕੋਨਮੀ ਹੈ। ਇਕੋਨਮੀ ਜਿਹੜੀ ਉਹਨਾਂ ਦੀ ਹੈ ਉਹ ਸਿਰਫ ਤੇ ਸਿਰਫ ਜ਼ਿਆਦਾ ਜਿਹੜਾ ਉਹਨਾਂ ਨੂੰ ਕਹਿੰਦੇ ਆ ਨਾ ਕਿ ਮੁਨਾਫਾ ਆ, ਉਹ ਆਰਟਿਲਰੀ। ਸਹੀ ਗੱਲ ਆ। ਔਰ ਇਹਦੇ ਬਾਰੇ ਨਾ ਇੱਕ ਬੜੀ ਪੋਪੂਲਰ ਗੱਲ ਆਉਂਦੀ ਆ ਕਿ ਜਦੋਂ ਮੰਨ ਲਓ ਤੁਸੀਂ ਸਮੁੰਦਰ ਦੇ ਵਿੱਚ ਆਪਣੀਆਂ ਕਿਸ਼ਤੀਆਂ ਲੈ ਕੇ ਜਾ ਰਹੇ ਹੋ ਜਾਂ ਜਹਾਜ਼ ਲੈ ਕੇ ਜਾ ਰਹੇ ਹੋ ਔਰ ਤੁਹਾਡਾ ਇਹ ਟੀਚਾ ਹੋਣਾ ਚਾਹੀਦਾ ਕਿ ਤੁਸੀਂ ਅੱਗੇ ਹੋਵੋ। ਪਰ ਜੇ ਕੋਈ ਦੂਜਾ ਅੱਗੇ ਹੈ ਤੁਸੀਂ ਕੋਸ਼ਿਸ਼ ਕਰੋ ਉਸ ਤੋਂ ਅੱਗੇ ਨਿਕਲਣ ਦੀ। ਪਰ ਜੇ ਤੁਸੀਂ ਨਹੀਂ ਅੱਗੇ ਨਿਕਲ ਸਕਦੇ ਤਾਂ ਫਿਰ ਕੋਸ਼ਿਸ਼ ਕਰੋ ਕਿ ਉਹਦੇ ਜਹਾਜ਼ ਦੇ ਵਿੱਚ ਮੋਗਾ ਕਰ ਦਿਓ, ਛੇਕ ਕਰ ਦਿਓ ਤਾਂ ਕਿ ਉਹ ਡੁੱਬਣ ਜੋਗਾ ਹੋ ਜਾਏ। ਇਹ ਹਮੇਸ਼ਾ ਇਸ ਤਰ੍ਹਾਂ ਦੀ ਸਟ੍ਰੈਟਜੀ ਦੇ ਨਾਲ ਚੱਲੋ। ਹੁਣ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਹੁਣ UNO ਦੀਆਂ ਮੀਟਿੰਗਸ ਪੈਂਡਿੰਗ ਨੇ, ਉਹ ਹੋਣੀਆਂ ਨੇ, ਪਰ ਜੋ ਰਸ਼ੀਆ ਦਾ ਡੈਲੀਗੇਟਸ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਔਰ ਉਹ ਕਹਿ ਰਹੇ ਨੇ ਕਿ UNO ਅਗਰ ਅਮਰੀਕਾ ਦੇ ਵਿੱਚ ਹੈ ਤਾਂ ਮਤਲਬ ਇਹ ਥੋੜ੍ਹਾ ਕਿ ਤੁਸੀਂ ਸਾਨੂੰ ਮੀਟਿੰਗਸ ਦੇ ਵਿੱਚ ਨਹੀਂ ਆਉਣ ਦਿਓਗੇ, ਕਿਉਂਕਿ ਪਾਬੰਦੀਆਂ ਲੱਗੀਆਂ ਹੋਈਆਂ ਨੇ ਯੂਕਰੇਨ ਦੀ ਵਾਰ ਕਰਕੇ। ਸੋ ਇਹ ਵੀ ਇੱਕ ਮਤਲਬ ਹੱਸ ਰਹੀ ਹੈ। ਅੱਛਾ, ਇੱਕ ਗੱਲ ਇਹ ਵੀ ਤੁਸੀਂ ਸੰਜੀਵ ਜੀ ਦੇਖੋ ਕਿ ਬੜੀਆਂ ਸਾਰੀਆਂ ਚੀਜ਼ਾਂ ਨੇ, ਬਹੁਤ ਕੁਛ ਹੋਇਆ ਇਹਦੇ ਵਿੱਚ। ਜੇ ਅਸੀਂ ਗੱਲ ਕੀਤੀ ਜਾਵੇ ਨਾ, ਅਮਰੀਕਾ ਇੱਦਾਂ ਦਾ ਮੁਲਕ ਹੈ ਜਿਹੜਾ UNO ਵੀ ਕਦੇ ਕਦੇ ਨਾ ਇੱਦਾਂ ਲੱਗਦਾ ਕਿ ਮੋਨੋਪੋਲੀ ਸਮਝ ਲੈਂਦਾ ਕਿ ਉਹਦੀ ਚੀਜ਼ ਆ, ਉਹ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰਦਾ ਰਹੂਗਾ। ਇੰਡੀਆ ਦੇ ਨਾਲ ਜੇ ਅਸੀਂ ਗੱਲ ਕਰੀਏ ਤਾਂ ਇੰਡੀਆ ਅਮਰੀਕਾ ਦੇ ਨਾਲ ਜਿਹੜੇ ਸੁਖਾਵੇਂ ਰਿਲੇਸ਼ਨ ਦੀ ਗੱਲ ਕਰਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੰਡੀਆ ਇੱਕ ਬਹੁਤ ਵੱਡੀ ਉਹ ਹੈ ਮਾਰਕੀਟ ਹੈ ਆਰਟਿਲਰੀ ਦੀ, ਬਹੁਤ ਵੱਡੀ ਮਾਰਕੀਟ ਹੈ। ਉਹਨਾਂ ਦੇ ਬੜੇ ਜਿਹੜੇ ਮੈਡੀਕਲ ਇਕੁਇਪਮੈਂਟਸ ਵੇਚਦੇ ਆ ਨਾ ਉਹ ਇੱਕ, ਕਿਉਂਕਿ ਉਹਨਾਂ ਦੀਆਂ ਦੋ ਇਕੋਨਮੀਜ਼ ਦੀਆਂ ਜਿਹੜੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ।
ਇੱਕ ਤਾਂ ਉਹਨਾਂ ਦੀ ਟੈਕਨੋਲੋਜੀਕਲੀ ਜਿਹੜੇ ਅਸੀਂ ਕਹਿੰਦੇ ਆ ਕਿ ਸਿਲੀਕਨ ਵੈਲੀ ਉਹਨਾਂ ਦੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ। ਦੂਸਰਾ ਜਿਹੜਾ ਆ ਉਹਨਾਂ ਦੇ ਜਿਹੜੇ ਬੜੇ ਸਾਰੇ ਸਟੰਟ ਵਗੈਰਾ ਅੱਗੇ ਸੀ ਉੱਥੋਂ ਐਕਸਪੋਰਟ ਕਰਦੇ ਸੀਗੇ। ਤੇ ਹੁਣ ਜਿਹੜੀ ਗੱਲ ਹੈ ਨਾ ਕਿ ਇੱਕ ਜਿਹੜੀ ਚੀਜ਼ ਹੈ ਕਿ ਉਹਨਾਂ ਦੇ ਜਿਹੜੇ ਆਰਟਲਰੀ ਹੈ, 3 ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਉਹਨਾਂ ਨੂੰ ਪਤਾ ਕਿ ਇੰਡੀਆ ਜਿਹੜੀ ਹੈ, ਕਿਉਂਕਿ ਚਾਈਨਾ ਆਪਣੇ ਕੋਲ ਕਰਦਾ, ਚਾਈਨਾ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ, ਉਸ ਤੋਂ ਬਾਅਦ ਸਾਡੀ ਆਉਂਦੀ ਹੈ ਕੰਜ਼ਿਊਮਰਿੰਗ ਮਾਰਕੀਟ ਜਿਹਨੂੰ ਅਸੀਂ ਕਹਿੰਦੇ ਆ, ਉਹ ਸਾਡੇ ਆ। ਹੁਣ ਉਹ ਤੋਂ ਬਚਣਾ ਚਾਹੁੰਦਾ ਹੈ, ਉਹਨੂੰ ਕਿਸੇ ਹੱਦ ਤੇ ਕਿਸੇ ਸਟੇਕ ਦੇ ਉੱਤੇ ਇੰਡੀਆ ਨੂੰ ਖੋਣਾ ਨਹੀਂ ਚਾਹੁੰਦਾ। ਇਸ ਕਰਕੇ ਇੰਡੀਆ ਦੀ ਮਜਬੂਰੀ ਰਹਿੰਦੀ ਹੈ ਉਹਨਾਂ ਦੀ ਕਿ ਉਹ ਚੰਗੇ ਰਿਸ਼ਤੇ ਰੱਖੇ। ਬਿਲਕੁਲ ਸਹੀ ਤੇ ਗੱਲ ਹੈ। ਪਰ ਗੱਲ ਜਦੋਂ ਫਿਰ ਅਸੀਂ ਇੰਟਰਨੈਸ਼ਨਲੀ ਜਦੋਂ ਹੇਗ ਦੀ ਕਹਿੰਦੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਵੀ ਚਲੇ ਗਏ ਅਸੀਂ ਪਾਕਿਸਤਾਨ ਦੇ ਮੁੱਦੇ ਨੂੰ ਲੈ ਕੇ, ਹਾਲੇ ਤੱਕ ਸਾਡਾ ਟੈਰੀਟੋਰੀਅਲ ਮੁੱਦਾ ਨਹੀਂ ਉਹਨਾਂ ਨੇ ਸੁਲਝਾਇਆ। ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਹੈ ਨਾ ਕਿ ਇਹ ਮੁੱਦਾ ਜੇ ਸੁਲਝ ਗਿਆ ਤਾਂ ਸਾਡੇ ਹਥਿਆਰਾਂ ਦੀ ਜਿਹੜੀ ਖਰੀਦੋ ਫਰੋਖਤ ਹੈ ਬੰਦ ਹੋ ਜਾਣੀ ਹੈ। ਗੱਲ ਤਾਂ ਇਹੀ ਹੈ ਨਾ, ਕਿਉਂਕਿ ਉਹ ਜਦੋਂ ਦਾ ਯੂਐਨਓ ਦੇ ਵਿੱਚ ਗਿਆ ਕਸ਼ਮੀਰ ਇਸ਼ੂ ਉੱਥੇ ਸਟਿਲ ਪੈਂਡਿੰਗ ਹੈ, ਕਦੋਂ ਦਾ ਗਿਆ ਹੋਇਆ, ਸ਼ਾਇਦ ਪੰਡਿਤ ਨਹਿਰੂ ਜੀ ਦੇ ਵੇਲੇ ਦਾ ਗਿਆ ਹੋਇਆ, ਸੋ ਸਟਿਲ ਪੈਂਡਿੰਗ। ਔਰ ਬਾਕੀ ਅਸੀਂ ਦੋਸਤੀ ਤਾਂ ਰੱਖਦੇ ਹਾਂ, ਇੰਟਰਨੈਸ਼ਨਲ ਪਾਲਿਸੀ ਸਾਡੀ ਤਾਂ ਇਹ ਰਹਿੰਦੀ ਹੈ ਕਿਉਂਕਿ ਸਾਨੂੰ ਚਾਈਨਾ ਤੋਂ ਸੇਫ ਰਹਿਣਾ ਇਸ ਕਰਕੇ। ਹੁਣ ਇੱਕ ਪਾਸੇ ਅਸੀਂ ਚਾਈਨਾ ਨਾਲ ਥੋੜਾ ਪ੍ਰੈਸ਼ਰ ਵੀ ਬਣਿਆ ਹੋਇਆ, ਦੂਜੇ ਪਾਸੇ ਟ੍ਰੇਡ ਵੀ ਚੱਲਦਾ ਪਿਆ। ਤਾਈਵਾਨ ਕਰਕੇ ਪਾਕਿਸਤਾਨ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਵੀ ਕਿਤੇ ਨਾ ਕਿਤੇ ਚਾਈਨਾ ਉਹਨਾਂ ਨੂੰ ਫੇਵਰ ਕਰਦਾ, ਔਰ ਤਾਈਵਾਨ ਕਰਕੇ ਜੋ ਅਮਰੀਕਾ ਦੇ ਨਾਲ ਪ੍ਰੈਸ਼ਰ ਬਣਿਆ ਹੋਇਆ ਚਾਈਨਾ ਦਾ। ਇੱਧਰ ਕਾਰ ਦੀ ਪ੍ਰੋਡਕਸ਼ਨ, ਟੈਸਲਾ ਦੀ ਜਿਹੜੀ ਪ੍ਰੋਡਕਸ਼ਨ ਉਹ ਵੀ ਚਾਈਨਾ ਨਾਲ ਕਰਦਾ ਪਿਆ, ਚਾਈਨਾ ਨਾਲ ਪਿਆ ਕਰਦਾ ਅਮਰੀਕਾ। ਮਤਲਬ ਟ੍ਰੇਡ ਆਪਣੀ ਜਗ੍ਹਾ ਚੱਲਦਾ ਪਿਆ, ਪ੍ਰੈਸ਼ਰ ਆਪਣੀ ਜਗ੍ਹਾ ਚੱਲਦਾ ਪਿਆ। ਕਈ ਵਾਰ ਲੱਗਦਾ ਡਬਲ ਸਟੈਂਡਰਡ ਹੈ ਯਾਰ, ਪਤਾ ਨਹੀਂ ਕੀ ਹੋ ਰਿਹਾ ਦੁਨੀਆ ਦੇ ਵਿੱਚ, ਆਮ ਲੋਕਾਂ ਨੂੰ ਪਾਲਿਸੀ ਸਮਝ ਨਹੀਂ ਆਉਂਦੀ। ਹੁਣ ਇਦਾਂ ਦਾ ਜ਼ਮਾਨਾ ਆ ਗਿਆ ਵੀ ਅਸੀਂ ਕਿਸੇ ਹੁਣ ਗਲੋਬਲ, ਅਸੀਂ ਇੱਕ ਬੰਨੇ ਕਹਿੰਦੇ ਆ ਸੰਦੀਪ ਜੀ ਵੀ ਪਿੰਡ ਗਲੋਬਲ ਪਿੰਡ ਬਣ ਗਿਆ। ਫਿਰ ਗਲੋਬਲ ਪਿੰਡ ਦੇ ਵਿੱਚ ਅਸੀਂ ਇੱਕ ਦੂਸਰੇ ਤੋਂ ਟੁੱਟ ਕੇ ਰਹਿ ਹੀ ਨਹੀਂ ਸਕਦੇ, ਹੈ ਨਾ। ਨਹੀਂ, ਤੁਹਾਡਾ ਵਰਡ ਮੈਂ ਚੂਜ਼ ਕਰਾਂਗਾ ਜਿਹੜਾ ਤੁਸੀਂ ਯੂਜ਼ ਕੀਤਾ ਸੀ, ਚਲਾਕ। ਸੋ ਚਲਾਕੀ ਨਾਲ ਹੀ ਕੰਮ ਚੱਲਦਾ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ। ਉਧਰੋਂ ਵੀ ਰਹਿ ਜਾਵੇ ਤੇ ਇਧਰੋਂ ਵੀ ਰਹਿ ਜਾਵੇ, ਦੋਵੇਂ ਪਾਸਿਓਂ ਰਹਿ ਜਾਵੇ, ਮਤਲਬ ਦੋਵਾਂ ਹਸਤਾਂ ਦੇ ਵਿੱਚ ਸਾਨੂੰ ਲੱਡੂ ਚਾਹੀਦੇ। ਮੈਨੂੰ ਯਾਦ ਆ ਕਿ ਮੈਂ ਹੁਣ ਚਲੋ ਆਪਾਂ ਕਹਿੰਦੇ ਹੁੰਦੇ ਵੀ ਆਪਾਂ ਦੇਸੀ ਬੰਦੇ ਆ ਜਾਂਦੇ, ਦੇਸੀ ਗੱਲਾਂ 'ਚ ਆ ਜਾਂਦੇ, ਦੇਸੀ ਗੱਲਾਂ ਕਰਨੀਆਂ ਪੈਂਦੀਆਂ ਸੰਦੀਪ ਜੀ। ਰਿਸ਼ਤੇਦਾਰੀਆਂ ਵੀ ਅੱਜ ਕੱਲ੍ਹ ਇੱਦਾਂ ਦੀਆਂ ਹੀ ਆ। ਤੁਸੀਂ ਦੇਖੋ ਰਿਸ਼ਤੇਦਾਰ ਤੁਹਾਡੇ ਘਰੇ ਆਉਣਗੇ, ਇੰਨਾ ਜਾਂ ਕਿਤੇ ਤੁਹਾਨੂੰ ਮਿਲ ਜਾਣਗੇ ਨਾ, ਤੁਹਾਡੇ ਮੂੰਹ ਦੇ ਉੱਤੇ ਇੰਨੇ ਪਿਆਰੇ ਇੰਨੇ ਮਿੱਠੇ, ਤੁਹਾਨੂੰ ਲੱਗਦਾ ਕਿ ਆਂਟੀ ਜੀ ਤਾਂ ਤੁਹਾਨੂੰ ਲੈ ਹੀ ਬਹਿਣਾ, ਇਹਨਾਂ ਨੇ ਇੰਨੀਆਂ ਸੋਹਣੀਆਂ ਮਿੱਠੀਆਂ ਗੱਲਾਂ ਕਰਦੇ ਆ। ਤੁਸੀਂ ਦੂਰ ਹੋਵੇ ਤਾਂ ਆਂਟੀ ਦੂਸਰੀ ਆਂਟੀ ਨਾਲ ਲੱਗੀ ਹੋਵੇ ਤਾਂ ਤੁਹਾਡਾ ਸਾਰਾ ਚਿੱਠਾ ਫਰੋਲ ਕੇ ਆਂਟੀ ਨੇ ਉਹ ਹੱਥ 'ਚ ਫੜਾ ਦੇਣਾ, ਇਹਨਾਂ ਨੇ ਵਿਆਹ ਕੀਤਾ, ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਉਹ ਕੀਤਾ। ਮਤਲਬ ਤੁਹਾਡੇ ਸਾਹਮਣੇ ਤਾਂ ਉਹ ਇੱਦਾਂ ਆ ਕਿ ਸਿਰਫ ਉਹ ਤੁਹਾਡੇ ਹੀ ਆ। ਇਹ ਬੜਾ ਮੈਂ ਦੇਖਿਆ ਕਿ ਬੜਾ ਡਿਪਲੋਮੈਟਿਕ ਜਿਹਾ ਰਿਲੇਸ਼ਨ ਚੱਲ ਸੀ ਬਹੁਤ, ਕਿਉਂਕਿ ਜਿਹੜਾ ਘਰੇਲੂ ਪੋਲਿਟਿਕਸ ਹੈ ਨਾ ਬਹੁਤ ਜ਼ਬਰਦਸਤ ਹੈ। ਸਾਨੂੰ ਦੋਵਾਂ ਹੱਥਾਂ ਦੇ ਵਿੱਚ ਲੱਡੂ ਚਾਹੀਦੇ ਨੇ, ਸਾਡੀ ਮੈਂਟੈਲਿਟੀ ਆ। ਇਹਦੇ ਵਿੱਚ ਇੱਦਾਂ ਹੋਇਆ ਸੀ ਕਿੱਸਾ, ਮਤਲਬ ਪੁਰਾਣਾ ਥੋੜਾ ਸਮਾਂ ਹੈ ਜਦੋਂ ਚਿੱਠੀਆਂ ਜਾਂਦੀਆਂ ਹੁੰਦੀਆਂ ਸੀ, ਪੋਸਟਮੈਨ ਆਉਂਦੇ ਹੁੰਦੇ ਸੀ। ਜਿਹੜੇ ਭੈਣ ਜੀ ਨੇ ਨਾ, ਉਹਨਾਂ ਨੇ ਇੱਕ ਭਰਾ ਨੂੰ ਚਿੱਠੀ ਲਿਖਵਾਈ ਉਹਦੇ ਖਿਲਾਫ, ਛੋਟੇ ਦੇ ਖਿਲਾਫ, ਛੋਟੇ ਭਰਾ ਨੂੰ ਚਿੱਠੀ ਲਿਖਵਾਈ ਵੱਡੇ ਦੇ ਖਿਲਾਫ, ਆਪਣੇ ਪੁੱਤਰ ਕੋਲੋਂ ਲਿਖਵਾਉਂਦੀ ਪਈ ਹੈ। ਉਹ ਪੁੱਤਰ ਨੂੰ ਉਹ ਗੱਲ ਪਸੰਦ ਨਹੀਂ ਆਉਂਦੀ ਪਈ ਕਿਉਂਕਿ ਉਹ ਦੋਵੇਂ ਮਾਮਿਆਂ ਨੂੰ ਪਿਆਰ ਕਰਦਾ। ਉਹ ਕਹਿੰਦਾ ਵੱਡੇ ਮਾਮੇ ਨੂੰ ਛੋਟੇ ਮਾਮੇ ਦੀ ਬੁਰਾਈ, ਛੋਟੇ ਮਾਮੇ ਨੂੰ ਵੱਡੇ ਮਾਮੇ ਦੀ ਬੁਰਾਈ। ਇਹ ਚਿੱਠੀਆਂ ਮਾਂ ਨੇ ਲਿਖਵਾ ਦਿੱਤੀਆਂ। ਉਹਨੇ ਕੀ ਕੀਤਾ ਕਿ ਜਿਹੜੀ ਵੱਡੇ ਮਾਮੇ ਨੂੰ ਭੇਜਣੀ ਸੀ ਉਹ ਛੋਟੇ ਮਾਮੇ ਨੂੰ ਭੇਜਤੀ, ਛੋਟੇ ਮਾਮੇ ਵਾਲੀ ਵੱਡੇ ਮਾਮੇ ਨੂੰ ਭੇਜਤੀ। ਮਤਲਬ ਚਿੱਠੇ ਖੋਲ ਦਿੱਤੇ ਕਿ ਮੇਰੀ ਮਾਂ ਤੁਹਾਡੇ ਬਾਰੇ ਇਹ ਸੋਚਦੀ, ਮੇਰੀ ਮਾਂ ਤੁਹਾਡੇ ਬਾਰੇ ਇਹ ਸੋਚਦੀ। ਉਹ ਪੁਆੜਾ ਪਿਆ, ਉਹ ਪੰਗਾ ਪਿਆ। ਕਹਿੰਦੀ ਇਹ ਤਾਂ ਮੈਂ ਕੀਤਾ ਹੀ ਨਹੀਂ, ਇਹਨੇ ਆਪਣੇ ਕੋਲੋਂ ਲਿਖ ਦਿੱਤਾ। ਕਹਿੰਦੇ ਮੈਂ ਕਿਉਂ ਆਪਣੇ ਕੋਲੋਂ ਲਿਖੂਗਾ, ਮਾਂ ਤੂੰ ਲਿਖਵਾਇਆ ਸੀ, ਮੇਰੇ ਕੋਲੋਂ ਨਾ ਗਲਤੀ ਨਾਲ ਪੋਸਟ ਹੋ ਗਈ ਇੱਦਾਂ। ਸੋ ਗੱਲ ਇਹ ਆ, ਇਹ ਸ਼ੁਰੂ ਤੋਂ ਚੱਲਿਆ ਆ ਰਿਹਾ। ਫੈਮਿਲੀ ਪੋਲਿਟਿਕਸ ਬਹੁਤ ਜ਼ਬਰਦਸਤ ਆ, ਇੰਟਰਨੈਸ਼ਨਲ ਪੋਲਿਟਿਕਸ ਨਾਲੋਂ ਜ਼ਿਆਦਾ ਜ਼ਬਰਦਸਤ ਆ। ਸੋ ਖੈਰ ਆਪਾਂ ਅੱਗੇ ਵਧਦੇ ਹਾਂ ਕਿਉਂਕਿ ਦੁਨੀਆ ਵੀ ਇੱਕ ਫੈਮਿਲੀ ਹੈ ਨਾ। ਵਾਕਈ। ਸੋ ਮਾਨ ਸਰਕਾਰ ਖਿਲਾਫ ਕਿਸਾਨ ਮੋਰਚਾ ਸ਼ੁਰੂ ਹੋ ਗਿਆ। ਪੰਜਾਬ ਵਿੱਚ ਧਰਨੇ ਅੱਜ ਵੀ ਲੱਗਦੇ ਪਏ ਨੇ ਔਰ ਘਿਰਾਓ ਵੀ ਕੀਤੇ ਜਾ ਰਹੇ ਨੇ। ਮੁੱਦੇ ਉਹੀ ਨੇ ਕਿ ਨਾ ਸੈਂਟਰ ਗਵਰਨਮੈਂਟ ਸਾਡੀ ਸੁਣਦੀ ਹੈ, ਨਾ ਸਾਡੀ ਸਟੇਟ ਗਵਰਨਮੈਂਟ ਸੁਣਦੀ ਹੈ। ਸਵਾਮੀਨਾਥਨ ਰਿਪੋਰਟ ਹਜੇ ਵੀ ਪੈਂਡਿੰਗ ਹੈ। MSP ਦੇ ਮੁੱਦੇ ਦੀ ਕੋਈ ਗੱਲ ਨਹੀਂ ਪਤਾ ਲੱਗਦੀ ਪਈ। ਕਿਸਾਨੀ ਨੂੰ ਐਡਵਾਂਸ ਕਰਨ ਦੀਆਂ ਗੱਲਾਂ ਕਰਦੇ ਨੇ, ਕਿਸਾਨੀ ਦੀ ਪ੍ਰੋਗਰੈਸ ਵਾਸਤੇ ਗੱਲਾਂ ਕਰਦੇ ਨੇ, ਹਜੇ ਤੱਕ ਕੋਈ ਇਨਵੈਸਟਮੈਂਟ। ਅੱਛਾ, ਤੁਹਾਨੂੰ ਯਾਦ ਹੋਵੇਗਾ ਆ ਉਹ ਸਾਲ ਜਾਂਦਾ ਜਦੋਂ ਮੋਦੀ ਜੀ ਹਿੱਕ ਠੋਕ ਕੇ ਕਹਿੰਦੇ ਸੀਗੇ ਦੁੱਗਣੀ ਕਰ ਦੇਂਗੇ, ਡਬਲ ਕਰ ਦੇਂਗੇ, ਦੁੱਗਣੀ ਕਰ ਦੇਂਗੇ। ਦੁੱਗਣੀ ਕਿੱਥੇ ਹੋਈ ਆ? ਜਿਹੜੀ ਸਾਡੇ ਕੋਲ ਪਹਿਲੀ ਵੀ ਸੀ ਤੁਸੀਂ ਉਹ ਵੀ ਖੋਲੀ, ਹੈ ਨਾ। ਹੁਣ ਤਾਂ ਇੱਦਾਂ ਹੋ ਗਿਆ ਵੀ ਹੁਣ ਤਾਂ ਤੁਸੀਂ ਕਹਿੰਦੇ ਆ ਵੀ ਜਿਹੜੀ ਬਿਜਲੀ ਆ ਅਸੀਂ ਉੱਤੇ ਵੀ ਬਿੱਲ ਲਾ ਦੇਣੇ, ਜਿਹੜੇ ਸਾਡੇ 4 ਛਿੱਲੜ ਆਉਂਦੇ ਆ ਉਹ ਵੀ ਸਾਡੇ ਕੋਲੇ ਲੈ ਜਾਣੇ ਆ, ਤੇ ਬੰਦਾ ਕੀ ਕਰੂਗਾ ਉੱਥੇ। ਬਾਕੀ ਰਹੀ ਕੋਈ ਜਿਹੜੇ ਮੁੱਦੇ ਆ ਉਹ ਕਹਿੰਦੇ ਹੁੰਦੇ ਨਾ ਵੀ ਉੱਥੇ ਦੇ ਉੱਥੇ ਖੜੇ ਆ ਅਸੀਂ, ਨਾ ਉਹ ਮੁੱਦੇ ਇੱਧਰ ਹੋਏ ਤੇ ਨਾ ਮੁੱਦੇ ਉੱਧਰ ਹੋਏ। ਸ਼ਰੇਆਮ ਪਹਿਲਾਂ ਜਿਹੜਾ ਨੈਸ਼ਨਲ ਮੀਡੀਆ ਸੀਗਾ, ਇੰਟਰਨੈਸ਼ਨਲ ਮੀਡੀਆ ਸੀਗਾ, ਚਲੋ ਸਟੇਟ ਮੀਡੀਆ ਤਾਂ ਅਸੀਂ ਕਹਾਂਗੇ ਸਾਨੂੰ ਫੇਵਰ ਕੀਤਾ ਹੋਊਗਾ ਨਾ। ਜਿੱਦਣ ਤੁਹਾਨੂੰ ਯਾਦ ਹੋਊਗਾ ਜਿੱਦਣ ਸਾਡਾ ਸਮਝੌਤਾ ਹੋ ਗਿਆ ਸੀ ਉੱਥੇ ਕਿਸਾਨੀ ਮੋਰਚੇ ਤੇ, ਦਿੱਲੀ ਵਾਲੇ ਮੋਰਚੇ ਤੇ ਜੀ, ਤੇ ਉਦੋਂ ਫਿਰ ਨਰਿੰਦਰ ਸਿੰਘ ਤੋਮਰ ਹੋਣੀ ਜਿਹੜੇ ਹੱਸਦੇ ਰਹਿੰਦੇ 24 ਘੰਟੇ, ਉਹ ਕਹਿੰਦੇ ਸੀ ਵੀ ਜੀ ਅਸੀਂ MSP पे कमेटी बनाएंगे, मोदी साहब ने कह दिया है
तो कमेटी में पंजाब के लोगों को शामिल करके कमेटी बनाई जाएगी। असी लुड्डियाँ पाउंदे बड़े साडे धमाके फुੱਲ सजाए हुए घर घर सारा इदां लगदा सी असीं दीवे बाल लईए, ਦੀਵਾਲੀ ਆ ਗਈ ਦੀਵਾਲੀ ਆ ਗਈ ਕਿਉਂਕਿ ਸਾਡੇ ਅਸੀਂ ਉੱਥੋਂ ਜਿੱਤ ਕੇ ਆਏ ਸੀਗੇ ਪੰਜਾਬ ਦੇ। ਦੇਖੋ ਤਾਂ ਜਦੋਂ ਲੰਘੇ ਸੀ ਇੱਥੋਂ ਮੇਨ ਰੋਡ ਤੋਂ ਜਿਹੜੀ ਜਲੰਧਰ ਜਾ ਰਹੀ ਆ, ਅੰਮ੍ਰਿਤਸਰ ਗਏ ਸੀਗੇ ਦਰਬਾਰ ਸਾਹਿਬ ਮੱਥਾ ਟੇਕ, ਤੇ ਉਹ ਕਿੱਦਾਂ ਮਤਲਬ ਸਾਨੂੰ ਅਸੀਂ ਤਾਂ ਉਹਨਾਂ ਨੂੰ ਮੱਥਾ ਟੇਕੀ ਜਾਂਦੇ ਸੀ। ਤੇ ਮੈਂ ਉਹ ਗੱਲ ਕਹਿਣਾ ਵੀ ਹੁਣ ਦੇਖ ਲਓ ਵੀ ਸ਼ਰੇਆਮ ਸਿੱਧਾ ਹੀ ਝੂਠ ਬੋਲ ਦਿੱਤਾ। ਉਹ ਕਹਿੰਦੇ ਵਾਅਦਾ ਤਾਂ ਕੋਈ ਨਹੀਂ ਕੀਤਾ ਥਾ ਵੀ MSP ਦੇਵਾਂਗੇ, MSP ਨਹੀਂ ਹੋਈ। ਹਾਲਾਂਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਕੇਸ ਸੀ ਪੰਜਾਬ ਸਰਕਾਰ ਨੇ, ਚੰਨੀ ਸਰਕਾਰ ਨੇ ਉਦੋਂ ਹੀ ਉਹ ਮਾਫ ਕਰ ਦਿੱਤੇ। ਉਹ ਸਾਰੇ ਜਿਹੜੇ ਡਿਸਮਿਸਲ ਹੋ ਗਏ ਸਾਰੇ ਕੇਸ ਜਿਹੜੇ ਕਿਸਾਨੀ ਅੰਦੋਲਨ ਦੌਰਾਨ ਹੋਏ ਸੀਗੇ। ਬਾਕੀ ਸਟੇਟਾਂ ਦੇ ਵਿੱਚ ਹੱਲੇ ਵੀ ਕੇਸ ਆ, ਹਰਿਆਣੇ ਦੇ ਵਿੱਚ ਸਾਡੇ ਜਿਹੜੇ ਕੇਸ ਆ ਉਹ ਹੱਲੇ ਵੀ ਕੇਸ ਹੈਗੇ ਆ। ਇਹ ਕਿਤੇ ਨਾ ਕਿਤੇ ਬੜੀ ਮੰਦ ਪੈ ਗਈ ਆ, ਜਿਹਨੂੰ ਅਸੀਂ ਕਹਿੰਦੇ ਨਾ ਕਿ ਦੋਹਰਾ ਚਿਹਰਾ ਆ। ਔਰ ਮੈਂ ਪਹਿਲਾਂ ਵੀ ਤੁਹਾਡੇ ਤੋਂ ਬਲਕਾਰ ਸਾਹਿਬ ਨਾਲ ਗੱਲ ਕਰਦਾ ਸੀਗਾ ਵੀ ਉਹ ਗੱਲ ਇੱਦਾਂ ਹੋ ਗਈ ਆ ਵੀ ਹੁਣ ਕੇਂਦਰ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਜਿਹੜਾ ਕਹਿੰਦੇ ਹੁੰਦੇ ਨਾ ਪੋਲੀਟੀਸ਼ੀਅਨ ਵੀ ਮਤਰੇਈ ਵਾਲਾ ਕਰਦੀ ਆ, ਇਹ ਵਾਕਈ ਮਤਰੇਈ ਵਾਲਾ ਆ ਵੀ ਸਾਨੂੰ ਕੁਝ ਹੋਰ ਤੇ ਹੋਰਿਆਂ ਨੂੰ ਗੋਗਲਿਆ, ਹੈ ਨਾ, ਵੀ ਸਾਨੂੰ ਰੋੜੀਆਂ ਵੀ ਨਹੀਂ, ਅਗਲਿਆਂ ਨੂੰ ਗੋਗਲੇ ਵੀ ਨਾਲ ਰੋੜੀਆਂ ਵੀ ਦੇਈ ਜਾਂਦੇ ਆ। ਤੇ ਇਹ ਪੰਜਾਬ ਦੇ ਲਈ ਥੋੜ੍ਹਾ ਜਿਹਾ ਨਹੀਂ, ਇਹ ਬਹੁਤ ਹੀ ਮੈਨੂੰ ਲੱਗਦਾ ਵਿਤਕਰੇ ਵਾਲੀ ਗੱਲ ਆ। ਸੋ ਤੁਹਾਡੀ ਗੱਲ ਵਾਕਈ ਹੈ ਵੀ ਹੁਣ ਤੁਸੀਂ ਕਿਸਾਨਾਂ ਨੇ ਹੁਣ ਕਰਦੇ ਕੀ ਨਾ, ਵੇਖੋ ਹੁਣ ਸੰਘਰਸ਼ ਜੀਵੀ ਸਾਨੂੰ ਕਹਿ ਦਿੱਤਾ, ਸੰਘਰਸ਼ ਜੀਵੀ, ਅੰਦੋਲਨ ਜੀਵੀ। ਹੁਣ ਫਿਰ ਸਾਡੇ ਕੋਲ ਜਿਹੜੇ ਅੰਦੋਲਨ ਜੀਵੀ ਹੁੰਦੇ ਫਿਰ ਅਗਲੇ ਅੰਦੋਲਨ ਤਾਂ ਕਰ ਹੀ ਸਕਦੇ ਆ। ਫਿਰ ਹੁਣ ਅਸੀਂ ਅੰਦੋਲਨ ਦਾ ਰਾਹ ਅਪਣਾਇਆ ਹੋਇਆ। ਮੈਨੂੰ ਇੱਥੇ ਮੈਂ ਇਹ ਵੀ ਗੱਲ ਕਹੀ ਨਾ ਸੰਜੀਵ ਜੀ, ਮੈਨੂੰ ਇਹ ਵੀ ਗੱਲ ਬਹੁਤ ਮਾੜੀ ਲੱਗਦੀ ਆ ਜਿਹੜੇ ਇਹ ਬਹੁਤ ਜਲਦੀ ਸੱਤਾ ਵੱਲ ਆ ਗਏ ਸੀਗੇ, ਪੰਜਾਬ ਮੋਰਚੇ ਵਾਲੇ, ਕਿਸਾਨ ਮੋਰਚੇ ਵਾਲੇ। ਇਹਨਾਂ ਨੂੰ ਚਾਹੀਦਾ ਸੀ ਹੱਲੇ ਸੱਤਾ 'ਚ ਨਹੀਂ, ਹੱਲੇ ਪ੍ਰੈਸ਼ਰ ਗਰੁੱਪ, ਕਿਉਂਕਿ ਜੰਗ ਜਿੱਤ ਲੈਂਦੇ, ਜਿੱਤ ਕੇ ਪੂਰੀ ਤਰ੍ਹਾਂ MSP ਲੱਗ ਜਾਂਦਾ ਨਾ, ਫਿਰ ਆਉਂਦਾ। ਹੁਣ ਤੁਹਾਡੇ ਜਦੋਂ ਪੋਲੀਟੀਕਲ ਰੰਗਣ ਰੱਗ ਲੈਨੇ ਨਾ ਆਪਣੇ ਆਪ ਨੂੰ, ਸਾਖ ਖਰਾਬ ਹੋ ਜਾਂਦੀ ਆ। ਗੱਲ ਇਹੀ ਆ, ਐਕਸਪਰਟਸ ਇਹੀ ਮੰਨਦੇ ਸੀਗੇ ਕਿ ਤੁਸੀਂ ਪੂਰੀ ਪੋਲੀਟੀਕਲ ਪਾਰਟੀ ਖੜੀ ਕਰਨ ਦੀ ਬਜਾਏ ਆਪਣੇ 5-7 ਜਿਹੜੇ ਆਗੂ ਸੀਗੇ ਨਾ, ਮੋਹਰੀ ਸੀਗੇ, ਉਹਨਾਂ ਨੂੰ ਕਿਤੇ ਨਾ ਕਿਤੇ ਇਲੈਕਸ਼ਨ 'ਚ ਖੜੇ ਕਰ ਦਿੰਦੇ ਔਰ ਬਾਕੀ ਪਾਰਟੀਆਂ ਨੇ ਤੁਹਾਡੇ ਖਿਲਾਫ ਆਪਣੇ ਨੁਮਾਇੰਦੇ ਵੀ ਖੜੇ ਨਹੀਂ ਕਰਨੇ ਸੀ। ਉਹ 5-7 ਜਾਣਿਆਂ ਨੇ ਜਿੱਤ ਵੀ ਜਾਣਾ ਸੀ ਤੇ ਸਰਕਾਰ ਦੇ ਵਿੱਚ ਤੁਹਾਡੀ ਦਖਲਅੰਦਾਜ਼ੀ ਬੜੀ ਗੱਲ ਹੋਈ ਸੀ ਵੀ ਅਲਾਈਅੰਸ ਕਰ ਲੈਨੇ ਆਮ ਆਦਮੀ ਪਾਰਟੀ ਨਾਲ, ਮੰਨ ਵੀ ਗਈ ਸੀਗੇ। ਪਰ ਪਵਾੜੇ ਕਹਿੰਦੇ ਜੀ ਉੱਚੀ ਚੋਟੀ ਵਾਲੇ ਲੀਡਰਾਂ ਦੇ ਸੀਗੇ, ਰਾਜੇ ਵਾਲੇ ਸਾਹਿਬ ਹੁਣਾਂ ਦੇ ਵੀ ਪਵਾੜੇ ਸੀਗੇ। ਉਹ ਕਹਿੰਦੇ ਜੀ ਅਸੀਂ ਆਹ ਨਹੀਂ ਸਮਝੌਤਾ ਕਰਨਾ, ਸਾਨੂੰ ਮੁੱਖ ਮੰਤਰੀ ਬਣਾ ਦਿਓ। ਪਰ ਫਿਰ ਬਾਅਦ ਵਿੱਚ ਤਾਂ ਕੁਝ ਵੀ ਨਹੀਂ ਹੱਥ ਆਇਆ ਨਾ। ਗੱਲ ਇਹ ਹੈ ਨਾ, ਖੈਰਾ ਸਾਹਿਬ, ਪੰਜਾਬ ਦੇ ਬਾਰੇ ਕੌਣ ਸੋਚਦਾ, ਪੰਜਾਬ ਦੇ ਲੋਕਾਂ ਬਾਰੇ ਇੱਦਾਂ ਲੱਗਦਾ ਨਾ ਫਿਰ ਪਾਵਰਲੀ ਸੀਗੇ ਇਹ, ਪਾਵਰ ਹੰਗਰੀ ਪੀਪਲ। ਹਮੇਸ਼ਾ ਇਹ ਚੀਜ਼ ਸਾਹਮਣੇ ਆਈ ਹੈ। ਭਾਰਤ ਬਾਰੇ ਕੌਣ ਸੋਚ ਰਿਹਾ, ਭਾਰਤ ਦੇ ਲੋਕਾਂ ਬਾਰੇ ਕੌਣ ਸੋਚ ਰਿਹਾ, ਔਰ ਇਹ ਭਾਰਤ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦਾ ਹੀ ਫਿਨੋਮੀਨਾ ਕਿ ਲੋਕਾਂ ਬਾਰੇ ਕੌਣ ਸੋਚ ਰਿਹਾ, ਆਮ ਲੋਕਾਂ ਬਾਰੇ ਕੌਣ ਸੋਚ ਰਿਹਾ। ਕਿਉਂਕਿ ਭਾਰਤ ਵੱਲ ਸਾਰੇ ਮੁਲਕ ਦੇਖ ਰਹੇ ਨੇ, ਕਿਉਂਕਿ ਮਿਡਲ ਕਲਾਸ ਜ਼ਿਆਦਾ ਇੱਕ ਮੰਡੀ ਹੈ, ਇੱਥੇ ਮਾਲ ਵੇਚ ਸਕਦੇ ਹਾਂ ਅਸੀਂ। ਅਮਰੀਕਾ ਕਿਉਂ ਦੋਸਤੀ ਕਰਦਾ, ਮਾਲ ਵੇਚ ਸਕਦੇ ਹਾਂ। ਇੱਥੇ ਮਾਲ ਜਿੱਦਾਂ ਦਾ ਮਰਜ਼ੀ ਹੋਵੇ, ਪੈਕਿੰਗ ਸੋਹਣੀ ਹੋਣੀ ਚਾਹੀਦੀ। ਇੰਟਰਨੈਸ਼ਨਲ ਮੰਡੀ ਹੈ। ਤੁਸੀਂ ਦੇਖੋ ਕੋਕ ਦਾ ਜੋ ਸਟੈਂਡਰਡ ਅਮਰੀਕਾ ਦੇ ਵਿੱਚ, ਉਹ ਸਟੈਂਡਰਡ ਇੱਥੇ ਨਹੀਂ ਮਿਲੇਗਾ। KFC ਦਾ, ਮੈਕਡੋਨਲਡਸ ਦਾ ਜੋ ਸਟੈਂਡਰਡ ਉਹਨਾਂ ਦੇ ਜਿਹੜੇ ਹੋਮ ਟਾਊਨਸ ਨੇ, ਉੱਥੇ ਜੋ ਸਟੈਂਡਰਡ ਹੈ ਉਹ ਇੰਡੀਆ 'ਚ ਨਹੀਂ ਮਿਲੇਗਾ। ਕਈ ਵਾਰ ਲੱਗਦਾ ਕਿ ਇੰਡੀਆ ਨਾ ਇੱਕ ਟੈਸਟ ਲੈਬ ਹੈ ਇਹਨਾਂ ਵਾਸਤੇ, ਜਿੱਦਾਂ ਹੋਰ ਆਪਾਂ ਉਹਨਾਂ ਦੇ ਲੈਬ ਰੈਟਸ ਹੁੰਦੇ ਨੇ, ਚੂਹਿਆਂ ਦੇ ਉੱਤੇ ਤਜਰਬੇ ਕਰਦੇ ਨੇ, ਉਵੇਂ ਇੰਡੀਅਨਸ ਇਹਨਾਂ ਨੂੰ ਚੂਹੇ ਮਿਲੇ ਹੋਏ ਨੇ, ਉਹਨਾਂ ਤੇ ਤਜਰਬੇ ਕਰੋ। ਇਹ ਫਿਨੋਮੀਨ ਤੁਸੀਂ ਇੱਕ ਬੰਦੇ ਤਾਂ ਕਹਿੰਦੇ ਜੀ ਨੈਸ਼ਨਲ ਇੰਟਰਨੈਸ਼ਨਲ ਫਿਨੋਮੀਨਾ ਆ, ਹਮੇਸ਼ਾ ਇਦਾਂ ਹੀ ਹੁੰਦਾ ਆ। ਤੁਹਾਡੇ ਘਰੇ ਕੋਈ ਗਲਤ ਚੀਜ਼ ਬਣੀ ਹੋਵੇ, ਤੁਸੀਂ ਆਪਣੇ ਕਾਮੇ ਨੂੰ ਦੇ ਦਿੰਦੇ, ਚੱਲ ਅੱਜ ਉਹਨੂੰ ਦੇ ਦੇ, ਪਨੀਰ ਖਰਾਬ ਹੋ ਗਿਆ ਸੀਗਾ। ਇਹ ਚੀਜ਼ ਆ। ਇਹ ਹੁਣ ਜਿਹੜੇ ਇੰਟਰਨੈਸ਼ਨਲ ਫਟੀ ਹੋਈ ਸ਼ਰਟ ਕਾਮੇ ਨੂੰ ਦੇ ਦਿਓ ਜੀ, ਉਹ ਖਰਾਬ ਆ। ਫਿਰ ਅਸੀਂ ਕਹਿਣਾ ਨਾ ਮੈਂ ਤੁਹਾਨੂੰ ਕੱਪੜੇ ਵੀ ਦਿੰਦਾ, ਮੈਂ ਤੁਹਾਨੂੰ ਅਸੀਂ ਰੋਟੀ ਵੀ ਦਿੰਦੇ ਖਾਣ ਨੂੰ, ਇਦਾਂ ਨਹੀਂ ਵੀ ਕਹਿਣਾ ਆਪ ਖਾਣੇ ਉਹ ਨਹੀਂ ਦਿੰਦੇ ਹੈਗੇ, ਅਸੀਂ ਦਿੰਦੇ ਜ਼ਰੂਰ ਆ। ਫਰਕ ਬਹੁਤ ਆ। ਉਹ ਸਿੰਪਲ ਜੀ ਗੱਲ ਆ, ਅਸੀਂ ਕਹਿੰਦੇ ਨਾ ਕਿ ਬਰਾਬਰੀ ਦਾ, ਸਿੱਖਿਆ ਦਾ ਹੱਕ ਆ ਜੀ, ਪੂਰੇ ਬਰਾਬਰਤਾ ਦਾ ਹੱਕ ਆ। ਬਰਾਬਰਤਾ ਦਾ ਹੱਕ ਉੱਥੇ ਕਿੱਥੇ ਆ ਜਾਊਗਾ? ਇੱਕ ਬੰਨੇ ਤਾਂ ਮੰਤਰੀ ਦਾ ਮੁੰਡਾ ਜਿਹੜਾ ਬੜੇ ਸੋਹਣੇ ਡਰਾਇੰਗ ਰੂਮ ਦੇ ਵਿੱਚ ਪੜ੍ਹਦਾ, ਸਟੱਡੀ ਰੂਮ ਬਣਿਆ ਹੋਇਆ, ਉਹਦੇ ਲਈ ਸ਼ੀਸ਼ਮ ਦੇ ਲੱਕੜ ਵਾਲਾ ਉਹ ਲੱਗਾ ਹੋਇਆ, ਟੇਬਲ ਲੱਗਾ ਹੋਇਆ, ਲੈਂਪ ਜਿਹੜਾ ਉਹ ਇਟਾਲੀਅਨ ਤੋਂ ਮੰਗਾਇਆ ਹੋਇਆ, ਤੇ ਉਹ 에ਅਰ ਕੰਡੀਸ਼ਨ ਕਮਰਾ ਆ, ਕਾਫੀ ਵੀ ਆਉਂਦੀ ਹੈ, ਕਾਫੀ ਵੀ ਉਹਦੇ ਲਈ ਆਉਂਦੀ, ਬੇਟਾ ਵੀ ਪੂਰੀ ਰਾਤ ਪੜ੍ਹਨਾ ਆ। ਦੂਸਰੇ ਬੰਨੇ ਸਾਡਾ ਜਿਹੜਾ ਵਿਚਾਰਾ ਸਾਰੀ ਦਿਹਾੜੀ ਕਰਕੇ ਆਉਂਦਾ ਆ, ਮਿਸਤਰੀਆਂ ਮਗਰ ਹਲਵਾਂਡੇ ਚੱਕਦਾ ਆ, ਤੇ ਅਗਲਾ ਕਹਿੰਦਾ ਜੀ ਹੁਣ SSC ਕਿਤੇ ਕਲੀਅਰ ਹੋ ਜਾਵੇ ਤੇ ਹਲਵਾਂਡਿਆਂ ਤੋਂ ਜਾਨ ਛੁੱਟ ਜਾਵੇ। ਉਹ ਕਦੇ ਚੌਂਦੀ ਛੱਤ ਮੂਹਰੇ ਪੜ੍ਹਦਾ ਆ, ਗਰਮੀਆਂ ਨੂੰ ਵੀ ਅੰਦਰ ਬਹਿ ਕੇ ਪੜ੍ਹਦਾ ਕਿਉਂਕਿ ਬਲਬ ਹੁੰਦਾ। ਇੱਕ ਐਗਜ਼ਾਮਪਲ ਆ, ਮੁੰਡਾ ਕੁਲੀ ਰੇਲਵੇ ਸਟੇਸ਼ਨ ਦੇ ਉੱਤੇ ਕੁਲੀ ਆ, ਸਮਾਨ ਚੁੱਕਦਾ, IAS ਕਲੀਅਰ ਕੀਤਾ। ਤੇ ਤੁਸੀਂ ਦੇਖੋ ਨਾ ਫਿਰ ਬਰਾਬਰਤਾ ਦਾ ਹੱਕ ਕਿੱਥੋਂ ਹੋ ਸਕਦਾ? ਚਲੋ ਉਹ ਜਿਹੜੇ ਕਹਿੰਦੇ ਹੁੰਦੇ ਨਾ ਵੀ ਜਿਹੜੇ ਹੜੇ ਉਹੀ ਸੋ ਚੜੇ, ਮਤਲਬ ਜਿਹੜੇ ਥੋੜੇ ਤੰਗ ਦਿਲੀਆਂ ਚੋਂ ਨਿਕਲਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਤੰਗ ਦਿਲੀ ਇਹ ਕੀਤਾ ਨਹੀਂ ਨਾ, ਮੇਕ ਇਟ ਔਰ ਬ੍ਰੇਕ ਇਟ ਵਾਲੀ ਗੱਲ ਹੁੰਦੀ ਉਹਨਾਂ ਦੇ ਲਈ।
ਤੇ ਉਹ ਚੀਜ਼ਾਂ ਕੀਤੀਆਂ ਨਹੀਂ ਤਾਂ ਫਿਰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਖੱਟਿਆ ਨਹੀਂ ਜਾ ਸਕਦਾ। ਸੋ ਮੈਨੂੰ ਲੱਗਦਾ ਕਿ ਉਹ ਥੋੜਾ ਤਾਂ ਵੀ ਜਿਗਰੇ ਵਾਲੇ ਹੁੰਦੇ ਨੇ, ਉਹ ਕੰਮ ਕਰਦੇ ਨੇ ਜਿਵੇਂ ਤੁਸੀਂ ਕਹਿੰਦੇ, ਪਰ ਬਰਾਬਰੀ ਦਾ ਹੱਕ ਇੱਥੇ ਕੋਈ ਨਹੀਂ ਆ। ਅਸੀਂ ਪੜ੍ਹਦੇ ਹੁੰਦੇ ਸੀ, ਮੈਨੂੰ ਯੂਨੀਵਰਸਿਟੀ ਯਾਦ ਆ ਗਿਆ, ਤੇ ਸਾਡਾ ਮਾਸਟਰ ਇੱਕ ਗੱਲ ਜ਼ਰੂਰ ਸਮਝਾਉਂਦਾ ਹੁੰਦਾ ਸੀ, ਕਹਿੰਦੇ ਜੀ ਹਰ ਸ਼ਹਿਰ ਦੇ ਵਿੱਚ ਜਿਹੜਾ ਹੈ ਨਾ, ਜੇ ਭਾਰਤ ਆ ਤੇ ਇੰਡੀਆ ਵੀ ਹੈਗਾ ਆ, ਤੇ ਜੇ ਸ਼ਹਿਰ ਦੇ ਵਿੱਚ ਬਾਜ਼ਾਰ ਆ ਤੇ ਦੂਸਰੇ ਬੰਨੇ ਮਾਡਲ ਟਾਊਨ ਵੀ ਹੈਗਾ ਆ। ਵੀ ਇਹ ਆ ਵੀ ਜਿਹੜੇ ਹਾਈ ਕਲਾਸ ਪੀਪਲ ਆ ਨਾ, ਉਹਨਾਂ ਦੀ ਇੱਕ ਦੁਨੀਆ ਹੀ ਵੱਖਰੀ ਆ। ਬਿਲਕੁਲ ਜੀ, ਹਿੰਦੁਸਤਾਨ ਦੇ ਵਿੱਚ ਭਾਰਤ ਵੀ ਹੈਗਾ ਤੇ ਇੰਡੀਆ ਵੀ ਹੈਗਾ, ਦੋ ਚੀਜ਼ਾਂ ਨੇ। ਸੋ ਤੁਸੀਂ ਚੱਲ ਸਮਝ ਕੇ ਚੱਲੋ ਵੀ ਇਹ ਤੇ ਹੁਣ ਚੀਜ਼ਾਂ ਬਣੀਆਂ ਹੀ ਹੋਈਆਂ ਵੀ ਇਹ ਤੇ ਤੁਸੀਂ ਨਿਕਲਣਾ ਤੇ ਨਿਕਲ ਲਓ, ਨਹੀਂ ਤਾਂ ਫਿਰ ਸਾਦਗੀ ਵਧੀਆ। ਔਰ ਉਹਦੇ ਬਾਰੇ ਇੱਕ ਬੜੀ ਪਪੂਲਰ ਗੱਲ ਕਹਿੰਦੇ ਨੇ ਕਿ ਸਾਦਗੀ ਵਿੱਚ ਕੀ ਮਜ਼ਾ ਹੈ, ਸ਼ੌਕੀਆਂ ਨੂੰ ਕੀ ਪਤਾ ਹੈ। ਸੋ ਸਾਦਗੀ ਨਾਲ ਜਿਹੜਾ ਬੰਦਾ ਅੱਗੇ ਵੱਧਦਾ। ਪਰ ਮੈਨੂੰ ਲੱਗਦਾ ਸਾਦਗੀ ਵੀ ਅੱਜਕੱਲ ਪੈਸੇ ਤੋਂ ਬਿਨਾਂ ਮੇਨਟੇਨ ਨਹੀਂ ਕੀਤੀ ਜਾ ਸਕਦੀ ਹੈ ਨਾ, ਮੈਨੂੰ ਲੱਗਦਾ ਦਿਖਾਵੇ ਦੀ ਹੈ। ਚਲੋ ਅੱਗੇ ਵੱਧਦੇ ਆਪਾਂ। ਬੰਦੀ ਸਿੰਘਾਂ ਦੀ ਮੁਕਤੀ ਦੇ ਵਾਸਤੇ ਕਿ ਉਹਨਾਂ ਨੂੰ ਹੁਣ ਰਿਹਾ ਕੀਤਾ ਜਾਏ, SGPC ਨੇ ਰੋਸ ਪ੍ਰਦਰਸ਼ਨ ਕੀਤਾ, ਜ਼ੰਜੀਰਾਂ ਪਾ ਕੇ, ਕਾਲੇ ਚੋਲੇ ਪਾ ਕੇ, ਕਿ ਬਹੁਤ ਸਾਲ ਹੋ ਗਏ, ਦੱਸੋ ਕੀ ਕਰਨਾ ਹੈ, ਫੈਸਲਾ ਲਵੋ। ਤੇ ਇੱਕ ਪਹਿਲਾਂ ਵੀ ਗੱਲ ਹੋਈ ਸੀ ਕਿ ਜਿਹੜੇ SGPC ਵੱਲੋਂ ਸਪਾਂਸਰਡ ਸਕੂਲਸ ਨੇ ਜਾਂ ਜੋ ਵੀ ਸੰਸਥਾਵਾਂ ਨੇ, ਉਹਨਾਂ ਦੇ ਬਾਹਰ ਬੋਰਡਾਂ ਦੇ ਉੱਤੇ ਉਹਨਾਂ ਸਾਰੇ ਬੰਦੀ ਸਿੰਘਾਂ ਦਾ ਨਾਮ ਵੀ ਲਿਖਿਆ ਜਾਵੇ। ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤੇ ਹੁਣ ਬਾਹਰ ਵੀ ਉਹਨਾਂ ਨੇ ਬੋਰਡ ਲਾ ਦਿੱਤਾ। ਬਿਲਕੁਲ ਲਾਇਆ ਹੈ ਨਾ। ਗੱਲ ਇਹ ਆ ਕਿ ਇਹ ਅੱਜ ਦਾ ਮੁੱਦਾ ਤਾਂ ਨਹੀਂ ਹੈਗਾ, ਪਹਿਲਾਂ ਕਿਉਂ ਨਹੀਂ ਚੱਕਿਆ ਸੀ ਮੁੱਦਾ? ਇਹ ਵੀ ਮੈਨੂੰ ਮਿਲਾਦਾ ਹੁੰਦਾ। ਮੈਂ ਗੱਲ ਹਰ ਵਾਰੀ ਕਰਨ ਵੇਲੇ ਨਾ, ਮੈਂ ਇਹ ਗੱਲ ਬਹੁਤ ਵਾਰੀ ਕਹਿਣਾ ਹੁੰਦਾ, ਕੋਈ ਮੈਨੂੰ ਕਹਿੰਦਾ ਵੀ ਸੀ ਵੀ ਹੁਣ ਬਾਰ-ਬਾਰ ਇਹ ਗੱਲਾਂ ਨਹੀਂ ਕਰੋ, ਚਲੋ ਦੇਰ ਆਏ ਦਰੁਸਤ ਆਏ, ਬਹੁਤ ਸੋਹਣੀ ਗੱਲ ਆ, ਦੇਰ ਆਏ ਦਰੁਸਤ ਆਏ, ਪਰ ਜਦੋਂ ਤੁਸੀਂ ਓਪੋਜੀਸ਼ਨ 'ਚ ਹੁੰਦੇ ਨਾ, ਉਦੋਂ ਤੁਸੀਂ ਦਰੁਸਤ ਆਉਂਦੇ ਆ। ਜਦੋਂ ਤੁਸੀਂ ਮੇਨ ਸਟਰੀਮ ਦੇ ਵਿੱਚ ਆ ਜਾਂਦੇ, ਉਦੋਂ ਤੁਸੀਂ ਦਰੁਸਤੀ ਤੁਹਾਡੀ ਚਲੇ ਜਾਂਦੀ ਆ। ਸ਼੍ਰੋਮਣੀ ਅਕਾਲੀ ਦਲ, ਮੈਂ ਸੁਣਿਆ ਵੀ ਹੁਣ ਤਾਂ ਸੁਖਬੀਰ ਬਾਦਲ ਹੁਣੀ ਜਿਹੜੇ ਜਿੱਥੇ ਵੀ ਜਾਂਦੇ ਨੇ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ, ਕਿਉਂਕਿ ਲਾਈਮਲਾਈਟ 'ਚ ਰਹਿਣਾ ਬਹੁਤ ਜ਼ਰੂਰੀ ਹੈ ਜੀ, ਹੈ ਨਾ। ਔਰ ਮੁੱਦੇ, ਹੁਣ ਉਹਨਾਂ ਨੂੰ ਸਾਰੇ ਮੁੱਦੇ ਪੰਜਾਬ ਦੇ ਯਾਦ ਆਉਂਦੇ ਆ, ਕੋਈ ਤੁਸੀਂ ਯੂ ਨੇਮ ਇਟ, ਉਹਨਾਂ ਨੂੰ ਮੁੱਦਾ ਯਾਦ ਆ ਜਾਊਗਾ। ਜਦੋਂ ਇਹ ਆਪ ਸੱਤਾ 'ਚ ਹੁੰਦੇ ਆ ਤਾਂ ਫਿਰ ਇਹਨਾਂ ਨੂੰ ਸ਼ਾਇਦ ਮੁੱਦੇ ਯਾਦ ਨਹੀਂ ਰਹਿੰਦੇ, ਭੁੱਲ ਜਾਂਦੇ ਆ। ਪਰ ਹੁਣ ਵੀ ਇਹ ਦਿਖਾਵਾ ਹੀ ਕਰਦੇ, ਮੈਨੂੰ ਇਹ ਲੱਗਦਾ ਹੁੰਦਾ ਕਿਤੇ ਨਾ ਕਿਤੇ। ਸੰਜੀਵ ਜੀ ਦੇਖੋ, ਕਿੰਨੇ ਚਿਰ ਦਾ ਉਹ ਸਾਂਝਾ ਮੋਰਚਾ ਬਣਿਆ, ਤੇ ਸਾਂਝੇ ਮੋਰਚੇ ਦੀਆਂ ਕਦੇ ਚੰਗੀ ਖਬਰ ਸਾਡੇ ਕੋਲੇ ਸਾਹਮਣੇ ਨਹੀਂ ਆਈ। ਸਾਡੇ ਕੋਲੇ ਹੁੰਦਾ ਵੀ ਅੱਜ ਮੀਟਿੰਗ ਹੋਈ ਤੇ ਫਲਾਨਾ ਉੱਠ ਕੇ ਚਲਾ ਗਿਆ, ਅੱਜ ਮੀਟਿੰਗ ਹੋਈ ਤੇ ਸੁਖਬੀਰ ਬਾਦਲ ਪਹੁੰਚੇ ਨਹੀਂ, ਅੱਜ ਮੀਟਿੰਗ ਹੋਈ ਤੇ ਬ੍ਰਹਮਪੁਰਾ ਸਾਹਿਬ ਕਹਿੰਦੇ ਇਦਾਂ ਨਹੀਂ ਹੋਣਾ, ਅੱਜ ਮੀਟਿੰਗ ਹੋਈ ਤੇ ਦਮਦਮੀ ਟਕਸਾਲ ਵਾਲੇ ਇਦਾਂ ਕਹਿ ਗਏ। ਕਦੇ ਇਹ ਨਹੀਂ ਆਇਆ ਵੀ ਅੱਜ ਆਹ ਮਤਾ ਪਾਸ ਹੋ ਗਿਆ ਤੇ ਹੁਣੇ ਕੱਲ੍ਹ ਨੂੰ ਚੱਲੇ ਆ ਸਾਰੇ। ਤੁਹਾਡੀਆਂ ਕਿਹੜੇ ਰੁਝੇਵੇਂ ਆ ਤੁਸੀਂ, ਕਿ ਤੁਸੀਂ ਇਸ ਤੋਂ ਬਾਅਦ ਕੀ ਰੁਝੇਵਾਂ ਆ? ਜੇ ਤੁਸੀਂ ਕੌਮ ਲਈ ਖੜੇ ਆ ਤੇ ਕੌਮ ਦੇ ਲੋਕ ਗਲਣ ਡੇ ਨੇ ਸਲਾਖਾਂ ਪਿੱਛੇ, ਇਸ ਤੋਂ ਬਾਅਦ ਤੁਹਾਡਾ ਕੀ ਰੁਝੇਵਾਂ? ਉਸ ਤੋਂ ਬਾਅਦ ਕੋਈ ਰੁਝੇਵਾਂ ਹੋ ਨਹੀਂ ਸਕਦਾ। ਤੁਸੀਂ ਤਾਂ ਨੰਗੇ ਪੈਰੀਂ ਚਲੇ ਜਾਓ ਉੱਥੇ, ਤੁਹਾਡੇ ਕੋਲ ਤੇ ਲਗਜ਼ਰੀ ਕਾਰਾਂ, ਇਹਨਾਂ ਦੇ ਕੋਲ ਐਡੇ ਬਾਡੀਗਾਰਡ ਆ, ਇਹ ਕਿਉਂ ਨਹੀਂ ਜਾਂਦੇ? ਇੱਕ ਤਾਂ ਕੌਮ ਦਾ ਮੁੱਦਾ ਤਾਂ ਹੈ ਹੀ ਆ, ਪਰ ਸਭ ਤੋਂ ਵੱਡਾ ਇਨਸਾਨੀਅਤ ਦਾ ਮੁੱਦਾ ਹੈ, ਹਿਊਮੈਨਿਟੇਰੀਅਨ ਗਰਾਊਂਡ ਹੈ, ਹਿਊਮਨ ਰਾਈਟਸ ਆ, ਕਿ ਹਿਊਮਨ ਲਾਈਫ ਮੈਟਰ ਕਰਦੀ ਹੈ, ਹਰ ਲਾਈਫ ਮੈਟਰ ਕਰਦੀ ਹੈ। ਮਤਲਬ ਜਦੋਂ ਲਾਅ ਆਫ ਦਾ ਲੈਂਡ ਦੇ ਮੁਤਾਬਿਕ ਤੁਸੀਂ ਉਹਨਾਂ ਨੂੰ ਟਰਾਇਲ ਕਰ ਲਿਆ, ਅੰਡਰ ਟਰਾਇਲ ਰੱਖਿਆ, ਉਸ ਤੋਂ ਬਾਅਦ ਅੰਡਰ ਇੰਪ੍ਰਿਜ਼ਨਮੈਂਟ ਰੱਖਿਆ, ਨਾਓ ਵਾਟ? ਹੁਣ ਕੀ ਕਰਨਾ ਹੈ ਅੱਗੇ ਦੱਸੋ ਨਾ। ਕੁਝ ਗੱਲ ਸਾਹਮਣੇ ਨਹੀਂ ਆਉਂਦੀ, ਕੋਈ ਮੁੱਦਾ ਸੋਲਵ ਨਹੀਂ ਹੁੰਦਾ, ਸਭ ਬੰਦ, ਸਭ ਚੁੱਪ ਬੈਠੇ। ਸੋ ਇਸ ਕਰਕੇ ਰੋਸ ਪ੍ਰਦਰਸ਼ਨ, ਬਲਕਿ ਇਹ ਮੈਟਰਸ ਕਈ ਥਾਂ ਤੇ ਨੇ, ਹੋਰ ਰੂਪਾਂ ਦੇ ਵਿੱਚ ਹੋਣਗੇ। ਇੱਥੇ ਬੰਦੀ ਸਿੰਘਾਂ ਦਾ ਮੁੱਦਾ ਹੈ, ਤੇ ਬੜੇ ਸਾਰੇ ਲੋਕ ਨੇ ਜਿਹੜੇ ਬੰਦੀ ਆ, ਤੁਸੀਂ ਕਰਨਾਟਕਾ ਦੇ ਲੈ ਲਓ, ਬੜੇ ਸਾਰੇ ਬੰਦੀ ਆ, ਬਾਕੀ ਥਾਂ ਤੇ ਵੀ ਇਹ ਚੀਜ਼ ਹੋਏਗੀ, ਕਿਉਂਕਿ ਸਾਡੇ ਭਾਰਤ ਦੇ ਵਿੱਚ ਥਾਂ ਤੇ ਇਹ ਚੀਜ਼ ਹੋਏਗੀ। ਪੋਲੀਟੀਕਲੀ ਮੋਟੀਵੇਟਿਡ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਸੋ ਇਸ ਕਰਕੇ ਇਹ ਇੱਕ ਸਿੰਬੋਲਿਕ ਹੈ, ਇੱਕ ਸਿੰਬੋਲਿਜ਼ਮ ਆ ਕਿ ਅਸੀਂ ਇੱਥੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਤੇ ਬਾਕੀ ਸਟੇਟਸ ਦੇ ਵਿੱਚ ਵੀ ਕੁਝ ਨਾ ਕੁਝ ਅਜਿਹਾ ਹੋਏਗਾ ਜਿੱਥੇ ਕੁਝ ਲੋਕ ਜੇਲ੍ਹਾਂ 'ਚ ਹੋਣਗੇ ਜਿਨ੍ਹਾਂ ਬਾਰੇ ਚੁੱਪ ਨੇ, ਸਭ ਚੁੱਪ ਨੇ, ਸਰਕਾਰ ਚੁੱਪ ਹੈ, ਲੋਕ ਕੁਝ ਨਹੀਂ ਕਹਿ ਰਹੇ। ਸੋ ਇਹ ਸਾਰੀ ਗੱਲ ਹੋਣੀ ਚਾਹੀਦੀ ਹੈ, ਬਿਕੋਜ਼ ਆਪਣਾ ਦੇਸ਼ ਆ, ਆਪਣੇ ਦੇਸ਼ 'ਚ ਕੀ ਹੋ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ। ਦੇਸ਼ ਵਾਸੀ ਆਪਣੇ ਨੇ, ਠੀਕ ਹੈ ਨਾ, ਤੇ ਆਪਣੇ ਦੇਸ਼ 'ਚ ਕੀ ਹੋ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਦੇਖਦੇ ਹੋ ਕਈ ਵਾਰ ਇੱਦਾਂ ਦੀਆਂ ਨਿਊਜ਼ ਆਉਂਦੀਆਂ ਨੇ, ਤਸੀਹੇ ਦਿੱਤੇ ਗਏ, ਠੀਕ ਹੈ ਨਾ, ਆਪਣੇ ਦੇਸ਼ ਵਾਸੀ ਫੈਲੋ ਸਿਟੀਜ਼ਨਸ ਨਾਲ ਯਾਰ ਇਦਾਂ ਦਾ ਬਿਹੇਵੀਅਰ। ਇਦਾਂ ਹੋ ਗਿਆ ਵੀ 75 ਸਾਲ ਆਜ਼ਾਦੀ ਨੂੰ ਆ, ਤੁਸੀਂ ਹੱਲੇ ਵੀ ਦੇਖ ਲਓ ਯੂਪੀ, ਪੰਜਾਬ ਦੇ ਵਿੱਚ ਵੀ ਕਹਿ ਰਿਹਾ ਹੁੰਦਾ ਫਲਾਨਾ ਬੰਦਾ ਜੀ ਐਸਸੀ ਸੀ, ਉਹਦੇ ਹੱਥ ਕੱਟ ਦਿੱਤੇ, ਉਹਨੂੰ ਫਲਾਨਾ ਚੀਜ਼ ਕਰ ਦਿੱਤੀ। ਯਾਰ ਹਾਲੇ ਤੱਕ ਤਾਂ ਅਸੀਂ ਆਪਣੇ ਇਨਸਾਨ ਨੂੰ ਇਨਸਾਨ ਨਹੀਂ ਸਮਝਣਾ ਸਿੱਖਿਆ। ਮੈਂ ਥੋੜ੍ਹੇ ਦਿਨ ਹੋਏ ਇੱਕ ਵੀਡੀਓ ਦੇਖਿਆ, ਵਾਇਰਲ ਹੋਇਆ, ਕੋਈ ਬੈਠੇ ਹੋਏ ਨੇ ਤੇ ਉਹ ਆ ਕੇ ਪੈਰੀ ਹੱਥ ਲਾਉਣ ਲੱਗ ਗਏ, ਹਾਂ ਠੀਕ ਹੈ, ਦੂਰ ਰਹੋ, ਛੂਣਾ ਮਤ, ਤੁਮ ਅਛੂਤ ਹੋ। ਅੱਛਾ, ਮੈਨੂੰ ਇਹ ਲੱਗਦਾ ਉਹੀ ਬਾਬੇ ਦੀ ਪਤਾ ਨਹੀਂ, ਆਮ ਨੋਟ ਸ਼ੋਰ, ਇਹ ਉਹੀ ਬਾਬਾ ਜਿਹੜਾ ਇੰਦਰਜੀਤ ਨਿਕਲ ਜਿਹਦੇ ਕੋਲ ਕਹਿੰਦੇ ਗਿਆ ਸੀਗਾ
ਵੀ ਉਹ ਬਾਬਾ ਕਹਿੰਦਾ ਆ। ਬਾਕੀ ਉਹ ਕਿਸ ਕੰਟੈਕਸਟ 'ਚ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਪਤਾ ਨਹੀਂ ਲੱਗਦਾ ਉਹ ਕਿਹੜੇ ਕੰਟੈਕਸਟ 'ਚ ਨਿਕਲ ਆਉਂਦੀ ਗੱਲ ਤੇ ਮਤਲਬ ਕਿਤੇ ਨਾ ਕਿਤੇ ਇਹ ਅਛੂਤ ਵਾਲੀ ਗੱਲ, ਇਹ ਗੱਲ ਹੈਗੀ, ਐਗਜ਼ਿਸਟ ਕਰਦੀ ਹੈ ਭਾਵੇਂ ਨਹੀਂ back ਨਹੀਂ of the ਇਹ ਤਾਂ mind ਬਹੁਤ ਆ। ਐਗਜ਼ਿਸਟ ਕਰਦੀ ਹੈ। ਤੁਸੀਂ ਹਾਲਾਂਕਿ ਜੇ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਤੇ ਅਨਟੱਚੇਬਿਲਿਟੀ ਜਿਹੜਾ ਆ ਉਹ ਬੜੇ ਚਿਰ ਦਾ ਐਬਰੋਗੇਟ ਕਰ ਦਿੱਤਾ ਆ, ਬੜੇ ਚਿਰ ਦੀ ਉੱਤੇ ਉਹਦੇ ਤੇ ਡੱਟ ਕੇ ਪਹਿਰਾ ਵੀ ਦੇਣ ਡੇ ਆ, ਪਰ ਉਹ ਪਹਿਰਾ ਕਿੱਥੇ ਦੇਣ ਡੇ ਸਾਨੂੰ ਨਹੀਂ ਪਤਾ। ਐਦਾਂ ਦੇ ਲੋਕ ਨੇ, ਮੈਂ ਤੁਹਾਨੂੰ ਦੱਸਦਾ ਆ ਕਿ ਤੁਸੀਂ ਯੂਪੀ ਚਲੇ ਜਾਓ ਜਾਂ ਫਿਰ ਤੁਸੀਂ ਝਾਰਖੰਡ ਰਾਸਤੇ ਤੇ ਜਾਂਦੇ ਆ ਨਾ, ਉੱਥੇ ਚਾਹ ਵਾਲੇ ਕੱਪ ਜਿਹੜੇ ਨੇ ਉਹ ਵੱਖਰੇ ਰੱਖੇ ਹੋਏ ਆ ਵੀ ਜੇ ਕਿਸੇ ਉੱਚੀ ਜਾਤ ਵਾਲੇ ਨੇ ਪੀਣਾ ਜੀ ਉਹਨੇ ਫਲਾਣੇ ਕੱਪ 'ਚ ਪੀਣਾ ਤੇ ਆਹ ਵਾਲੇ ਨੇ ਨਾ ਫਲਾਣੇ ਕੱਪ 'ਚ ਪੀਣਾ। ਤੁਸੀਂ ਦੇਖ ਲਓ, ਅਸੀਂ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਾਂ, ਅਸੀਂ ਇਮਰਜਿੰਗ ਇਕੋਨਮੀ ਦੀ ਗੱਲ ਕਰਦੇ ਹਾਂ, 5 ਟ੍ਰਿਲੀਅਨ ਇਕੋਨਮੀ ਦੀ ਗੱਲ ਕਰਦੇ ਹਾਂ, ਭਾਈ ਕਿੱਥੇ ਖੜੇ ਹਾਂ ਅਸੀਂ? ਮੰਗਲ ਗ੍ਰਹਿ ਤੇ ਅਸੀਂ ਚੱਲੇ ਹਾਂ, ਆਪਣਾ ਗ੍ਰਹਿ ਸਵਾਰ ਨਹੀਂ ਹੁੰਦਾ। ਯੈਸ, ਕਿਉਂਕਿ ਅਸੀਂ ਉੱਥੋਂ ਜਾਣ ਵਾਲੇ ਪਹਿਲੇ ਯਾਤਰੀ ਹੋਵਾਂਗੇ। ਸਿਲੈਕਸ਼ਨ ਵੀ ਹੋ ਚੁੱਕੀ ਹੈ ਜਿਹਨਾਂ ਨੇ ਟਰੈਵਲ ਕਰਨੀ ਹੈ, ਕਿਉਂਕਿ ਵਨ ਟਾਈਮ ਟਰੈਵਲ ਹੈ, ਵਾਪਸ ਨਹੀਂ ਆ ਸਕਦੇ ਉੱਥੋਂ ਕਿਉਂਕਿ ਟਾਈਮ ਬਹੁਤ ਲੱਗ ਜਾਣਾ। ਸੋ ਇੱਥੇ ਤੱਕ ਅਸੀਂ ਪਹੁੰਚੇ ਹੋਏ ਹਾਂ, ਇੱਥੇ ਗ੍ਰਹਿ ਠੀਕ ਨਹੀਂ ਕੀਤਾ ਹੋਇਆ ਅਸੀਂ ਆਪਣਾ, ਜਿੱਥੇ ਅਸੀਂ ਰਹਿ ਰਹੇ ਹਾਂ। ਸੋ ਇਹਦੇ ਵਾਸਤੇ ਨਾ, ਜਿਸ ਤਰ੍ਹਾਂ ਤੁਸੀਂ ਕਨਸਟੀਟਿਊਸ਼ਨ ਦੀ ਗੱਲ ਕੀਤੀ ਹੈ, ਪੁਰਾਣੇ ਜਿਹੜੇ ਸਮਾਜ ਸੁਧਾਰਕ ਨੇ, ਇੱਥੇ ਤੱਕ ਆਪਾਂ ਆਈਏ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੱਕ ਆਈਏ, ਕਾਰਲ ਮਾਰਕਸ ਦੀ ਗੱਲ ਕਰੀਏ, ਇੱਕੋ ਹੀ ਗੱਲ ਕਹੀ ਸੀ ਇਹਨਾਂ ਨੇ, ਨੋ ਬੋਡੀ ਕੈਨ ਐਕਸਪਲੋਇਟ ਯੂ ਅਨਲੈਸ ਯੂ ਆਰ ਰੈਡੀ ਟੂ ਬੀ ਐਕਸਪਲੋਇਟਡ। ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਇਸ ਵਿਛਾ ਨਹੀਂ ਦਿੰਦੇ ਕਿ ਆਓ ਜੀ ਜੋ ਮੇਰੇ ਨਾਲ ਮਰਜ਼ੀ ਕਰ ਲਓ, ਜਿੱਦਾਂ ਮਰਜ਼ੀ ਮੇਰਾ ਸ਼ੋਸ਼ਣ ਕਰ ਲਓ, ਉਦੋਂ ਤੱਕ ਤੁਹਾਨੂੰ ਕੋਈ ਐਕਸਪਲੋਇਟ ਨਹੀਂ ਕਰ ਸਕਦਾ। ਤੁਹਾਨੂੰ ਸਟਰੋਂਗ ਹੋਣਾ ਹੀ ਪੈਣਾ ਜੀ। ਇਹ ਤਾਂ ਕੋਈ ਵੀ ਬੰਦਾ ਆ ਕੇ ਗਲਿਓਂ ਫੜ ਲੇਗਾ, ਕਿਉਂਕਿ ਲੋਕਾਂ ਨੂੰ ਮੌਕਾ ਚਾਹੀਦਾ ਗਲਿਓਂ ਫੜਨ ਦਾ। ਦੈਟ ਇਜ਼ ਵਾਈ। ਔਰ ਉਹਨਾਂ ਨੇ ਸਭ ਤੋਂ ਵਧੀਆ ਗੱਲ ਕਹੀ ਸੀ, ਸਿੱਖਿਆ ਹਾਸਿਲ ਕਰੋ, ਐਜੂਕੇਟ ਕਰੋ ਆਪਣੇ ਆਪ ਨੂੰ। ਤਾਂ ਨੈਚੁਰਲੀ ਜਦੋਂ ਤੁਸੀਂ ਐਜੂਕੇਟ ਕਰੋਗੇ ਤੁਹਾਨੂੰ ਪਤਾ ਲੱਗੇਗਾ ਲਾਅ ਕੀ ਕਹਿੰਦਾ, ਕੋਈ ਤੁਹਾਨੂੰ ਐਕਸਪਲੋਇਟ ਨਹੀਂ ਕਰ ਸਕਦਾ। ਜਦੋਂ ਤੱਕ ਅਸੀਂ ਐਜੂਕੇਟਿਡ ਨਹੀਂ ਸੀਗੇ, ਅਸੀਂ ਅੰਗਰੇਜ਼ਾਂ ਦੇ ਹਰ ਕਾਨੂੰਨ ਨੂੰ ਮੰਨਦੇ ਸੀ ਜਦੋਂ ਅਸੀਂ ਗੁਲਾਮ ਸੀ। ਜਦੋਂ ਇੱਥੋਂ ਲੋਕ ਗਏ ਬਾਹਰੋਂ ਬੈਰਿਸਟਰ ਬਣ ਕੇ ਆਏ, ਉਹ ਜਾਣ ਕੇ ਕਿ ਇਹ ਤਾਂ ਅੰਗਰੇਜ਼ਾਂ ਦਾ ਲਾਅ ਹੀ ਕੁਝ ਹੋਰ ਹੈ, ਇੱਥੇ ਤੇ ਕੁਝ ਹੋਰ ਹੀ ਕਰੀ ਜਾਂਦੇ ਨੇ, ਇਹ ਤਾਂ ਲਾਅ ਹੈ ਹੀ ਨਹੀਂ ਅੰਗਰੇਜ਼ਾਂ ਦਾ। ਫਿਰ ਉਹਨਾਂ ਨੇ ਆਵਾਜ਼ ਚੁੱਕੀ, ਫਿਰ ਐਜੀਟੇਸ਼ਨਸ ਹੋਈਆਂ, ਆਜ਼ਾਦੀ ਦੀ ਮੂਵਮੈਂਟ ਹੋਈ, ਅਸੀਂ ਸਾਰੇ ਜਾਣਦੇ ਹਾਂ। ਸੋ ਐਜੂਕੇਸ਼ਨ ਇਜ਼ ਮਸਟ। ਆਪਾਂ ਅੱਗੇ ਤੁਰਦੇ ਹਾਂ ਹੁਣ, ਤੇ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਤਾਣਾ ਬਾਣਾ ਹੈ, ਉਹਦੇ ਵਿੱਚ ਕਹਿੰਦੇ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਨੇ, ਜਿਹੜੇ ਉਹਨਾਂ ਦੇ ਮੇਨ ਵਰਕਰਸ ਨੇ ਉਹਨਾਂ ਨੂੰ ਵੀ ਕੰਮ ਦੇ ਦਿੱਤਾ ਹੈ, ਉਹਨਾਂ ਨੂੰ ਵੀ ਅਹੁਦੇ ਸੌਂਪੇ ਗਏ ਨੇ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ। ਔਰ ਬਾਕੀ ਪਾਰਟੀਆਂ ਇਹ ਸਭ ਨਹੀਂ ਕਰਦੀਆਂ ਸੀ, ਉੱਥੇ ਸਿਰਫ ਉਹਨਾਂ ਨੂੰ ਫਿੱਟ ਕੀਤਾ ਜਾਂਦਾ ਸੀ ਜਿਨ੍ਹਾਂ ਦੀ ਚੱਲਦੀ ਸੀ ਜਾਂ ਜਿਨ੍ਹਾਂ ਦਾ ਕੋਈ ਪਹਿਲਾਂ ਹੀ ਫਿੱਟ ਹੁੰਦਾ ਸੀ, ਭਾਈ ਭਤੀਜਾਵਾਦ, ਤੇ ਉਹਨਾਂ ਦਾ ਫਿਰ ਆਪਸੀ ਕਲੇਸ਼ ਨਹੀਂ ਖਤਮ ਹੁੰਦਾ। ਆਮ ਆਦਮੀ ਪਾਰਟੀ ਇਹ ਸੀਨ ਵੱਖਰਾ ਪੇਸ਼ ਕਰਦੀ ਪਈ ਹੈ ਜਨਤਾ ਦੇ ਵਿੱਚ। ਅੱਛਾ, ਹਾਂ, ਇਹ ਤੇ ਹੋ ਗਈ ਹੈ ਜੀ। ਕਹਿੰਦੇ ਵੀ ਮੈਂ ਇਹ ਸੋਚਦਾ ਸੀਗਾ ਕਿ ਬੜੇ ਸਾਰੇ ਜਲੰਧਰ ਦੇ ਵਿੱਚ ਵੀ ਨਾ, ਹੁਣ ਮੈਂ ਜਲੰਧਰ ਰਹਿੰਦਾ ਆ, ਤੇ ਜਲੰਧਰ ਦੇ ਵਿੱਚ ਵੀ ਬੜੇ ਲੋਕ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਸੀਗੇ, ਕੋਈ ਮਹਿਲਾ ਵਿੰਗ ਦੀ ਨੈਸ਼ਨਲ ਮਤਲਬ ਸਟੇਟ ਪ੍ਰਧਾਨ ਸੀਗੀ। ਇੱਥੇ ਤੁਸੀਂ ਦੇਖਿਆ ਹੋਗਾ ਅੰਮ੍ਰਿਤਪਾਲ ਸਿੰਘ ਹੋਣੀ, ਉਹਨਾਂ ਨੂੰ ਵੀ ਨਵਾਂ ਅਹੁਦਾ ਮਿਲਿਆ, ਤੇ ਜਿਹੜੇ ਇੱਥੇ ਮਹਿਲਾ ਵਿੰਗ ਦੇ ਪ੍ਰਧਾਨ ਸੀ ਉਹਨਾਂ ਨੂੰ ਵੀ ਅਹੁਦੇ ਮਿਲ ਗਏ, ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਫਲਾਨਾ ਚੇਅਰਮੈਨ ਬਣਾ ਦਿੱਤੇ ਆ। ਔਰ ਇਹਨਾਂ ਸਾਰਿਆਂ ਚੇਅਰਮੈਨਾਂ ਦੀ ਮੀਟਿੰਗ ਜਿਹੜੀ ਆ ਉਹ ਰਾਘਵ ਚੱਡਾ ਨੇ ਇੱਕ ਦਿਨ ਬੁਲਾ ਲਈ। ਹੁਣ ਜੇ ਅਸੀਂ ਸੰਵਿਧਾਨਕ ਤੌਰ ਤੇ ਚੱਲਦੇ ਹਾਂ ਤੇ ਸੰਜੀਵ ਜੀ, ਇਹ ਹੱਕ ਸਿਰਫ ਤੇ ਸਿਰਫ ਕਿਹਦੇ ਕੋਲ ਹੁੰਦਾ? ਸੀਐਮ ਕੋਲ ਹੁੰਦਾ ਆ। ਤੇ ਰਾਘਵ ਚੱਡਾ ਨੇ ਕਿਸ ਹੱਕ 'ਚ ਬੁਲਾਈ ਆ? ਉਹ ਇੱਦਾਂ ਲੱਗਦਾ ਵੀ ਇਹ ਸੜਵਾਲਾ ਜਿਹੜਾ ਨਾ, ਇਹ ਉਛਲ ਕੇ ਪੈਣ ਡਿਆ। ਗਰੀਬ ਘਰਾਂ ਦੇ ਵਿੱਚ ਵਿਆਹ ਹੋਵੇ ਤੇ ਕੋਈ ਭੈਣ ਜੀ ਜਿਹੜੀ ਤਕੜੀ ਕੈਨੇਡਾ ਵਾਲੀ ਆਈ ਹੋਵੇ ਨਾ, ਉਹ ਆਪਦੇ ਮੁੰਡੇ ਨੂੰ ਜੋ ਮਰਜ਼ੀ ਬਣਾਵੇ, ਮੇਰੇ ਮੁੰਡੇ ਨੂੰ ਫੋਟੋਆਂ ਨਾਲ ਰੱਖਣਾ, ਮੇਰੀ ਫੋਟੋ ਇੱਥੇ ਆਉਣੀ ਆ, ਚਾਹੇ ਉਹ ਰੁਪਈਆ ਵੀ ਨਾ ਦੇਵੇ। ਹੁਣ ਇਹ ਗੱਲ ਆ, ਕਮਾਈ ਸਾਡੀ, ਟੈਕਸ ਪੰਜਾਬੀਆਂ ਦਾ, ਇਹ ਰਾਘਵ ਚੱਡਾ ਕੌਣ ਹੁੰਦਾ? ਇਹਦਾ ਵਿਰੋਧੀ ਧਿਰਾਂ ਨੇ ਵੀ ਪੁੱਛਿਆ ਕਿ ਉਹਨਾਂ ਦਾ ਸਟੇਟਸ ਕਲੀਅਰ ਕਰੋ ਕਿ ਪੰਜਾਬ ਸਰਕਾਰ ਦੇ ਵਿੱਚ ਕੀ ਸਟੇਟਸ ਆ। ਹੈ ਨਾ, ਉਹ ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਮਾੜੀਆਂ, ਕਿਉਂਕਿ ਇਹ ਨਾ ਅਸੀਂ ਸਰਕਾਰ ਨੂੰ ਚੰਗਾ ਸਮਝਦੇ ਸੀ, ਪਰ ਇਹ ਸਰਕਾਰ ਇੱਦਾਂ ਲੱਗਦੀ ਵੀ ਬਾਣੀਆਂ ਵਾਲੀ ਸਰਕਾਰ ਆ, ਜਿਹਦੇ 'ਚ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਸਾਹਿਬ ਬੜੇ ਜਿਹੜੇ ਕਹਿੰਦੇ ਹੁੰਦੇ ਨਾ ਵੀ ਹਰ ਜਗ੍ਹਾ ਤੇ ਮੌਜੂਦ ਹੁੰਦੇ ਨੇ। ਮੈਨੂੰ ਤਾਂ ਕਈ ਵਾਰ ਇੱਦਾਂ ਫੀਲ ਹੁੰਦਾ ਕਿ ਸ਼ਾਇਦ ਰਾਘਵ ਚੱਡਾ ਕਿਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸੀਐਮ ਬਣਨਾ ਚਾਹੁੰਦੇ ਨੇ, ਹੋ ਸਕਦਾ ਪੀਐਮ ਬਣਨ ਦਾ ਵੀ ਸੁਪਨਾ ਦੇਖਦੇ ਹੋਣ। ਨਹੀਂ, ਪੀਐਮ ਬਣਨ ਸੀਐਮ ਤਾਂ ਪੰਜਾਬ ਦੇ ਵਿੱਚ ਨਹੀਂ, ਅਭਿਆਸ ਕਰਦੇ ਪਏ ਨੇ, ਪ੍ਰੈਕਟਿਸ ਸ਼ੁਰੂ ਕੀਤੀ ਆ ਕਿਸੇ ਹੋਰ ਸਟੇਟ ਦੇ ਵਿੱਚ। ਮੈਨੂੰ ਐਕਸਪੀਰੀਅੰਸ ਮਿਲਦਾ ਰਹੇ ਕਿ ਐਡਮਿਨਿਸਟ੍ਰੇਸ਼ਨ ਨੂੰ ਕਿੱਦਾਂ ਹੈਂਡਲ ਮੈਨੂੰ ਲੱਗਦਾ ਉਹਨਾਂ ਦਾ ਚਿਹਰਾ ਹਿਮਾਚਲੀ ਜਿਹਾ, ਤੇ ਫਿਰ ਉਹ ਹਿਮਾਚਲ 'ਚ ਸ਼ਾਇਦ ਲੱਗ ਜਾਣ। ਨਹੀਂ ਹੈਗੇ ਤਾਂ ਪੰਜਾਬ ਤੋਂ ਨੇ ਪਿਛੋਕੜ ਇਹਨਾਂ ਦਾ। ਨਹੀਂ, ਪਿਛੋਕੜ ਤੇ ਚਲੋ ਕਹਿੰਦੇ ਹੁੰਦੇ, ਕਿਹਨੇ ਵੇਖਿਆ ਪਿਛੋਕੜ ਤੁਹਾਡਾ, ਜਿਵੇਂ ਉਹ ਬੋਲਦੇ ਆ, ਮੈਨੂੰ ਲੱਗਦਾ ਨਹੀਂ ਵੀ ਦੂਰ ਤੱਕ ਕਿਤੇ ਹੈ ਨਾ ਵੀ ਉਹ ਨਾਲ ਟੱਚ ਨਹੀਂ ਕਰ ਸਕਦੇ ਪੰਜਾਬ। ਜਾਂ ਹੋ ਸਕਦਾ, ਬਟ ਅਭਿਆਸ ਜਾਰੀ ਆ ਕਿਸੇ ਸਟੇਟ ਨੂੰ ਕੰਟਰੋਲ ਕਿਵੇਂ ਕਰਨਾ, ਅਭਿਆਸ ਹੋ ਰਿਹਾ ਐਡਮਿਨਿਸਟ੍ਰੇਸ਼ਨ ਦਾ। ਸੋ ਵਾਕਈ ਵਿਰੋਧੀ ਤਰ੍ਹਾਂ ਦਾ ਪੁੱਛਣਾ ਬਣਦਾ, ਅਕੋਰਡਿੰਗ ਟੂ ਲਾਅ ਪੁੱਛ ਰਹੇ ਨੇ, ਅਕੋਰਡਿੰਗ ਟੂ ਕਨਸਟੀਟਿਊਸ਼ਨ। ਨਹੀਂ, ਬਾਕੀ ਸੰਵਿਧਾਨਕ ਵੀ ਤੁਸੀਂ ਕਲੀਅਰ ਕਰ ਦਿਓ ਵੀ ਕੌਣ ਹੈ। ਯੈਸ,
ਇਹ ਵੱਖਰੀਆਂ ਗੱਲਾਂ ਹੋ ਰਹੀਆਂ ਨੇ, ਬਲਕਿ ਪੂਰੇ ਭਾਰਤ ਦੇ ਵਿੱਚ ਹੀ ਵੱਖਰੀਆਂ ਗੱਲਾਂ ਹੋ ਰਹੀਆਂ ਨੇ। ਨਹੀਂ ਵੱਖਰੀਆਂ ਤਾਂ ਨਹੀਂ, ਇਹ ਤਾਂ ਗੱਲਾਂ, ਇਹੀ ਤਾਂ ਗੱਲਾਂ ਆ, ਇਹੀ ਤਾਂ ਗੱਲਾਂ ਨੇ। ਹਨਾ ਕਹਿੰਦੇ ਹੁੰਦੇ ਵੀ ਤੁਸੀਂ ਵੀ ਮੈਂ ਇੱਕ ਵਾਰੀ ਰੱਜ ਗਿਆ, ਮੈਂ ਕੁਝ ਬਣ ਗਿਆ ਨਾ ਤਾਂ ਮੈਂ ਸਾਰਾ ਟੱਬਰ ਨੌਕਰੀ ਲਵਾ ਦੂੰ, ਸਾਰਾ ਰਜਾ ਦੇਣਾ। ਇਹ ਹੁਣ ਇਹ ਵੀ ਰਜਾਉਣਾ ਹੀ ਹੈ। ਚਲੋ ਹੁਣ ਆਪਾਂ ਪੰਜਾਬ ਨੂੰ ਰਜਾਉਣ ਦੀ ਗੱਲ ਕਰੀਏ ਕਿ ਇਹ ਜਿਹੜੇ ਟੂਰਿਜ਼ਮ ਵੱਲ ਆਉਂਦੇ ਆ, ਕਿਉਂਕਿ ਟੂਰਿਜ਼ਮ ਇੰਡਸਟਰੀ ਕਾਫੀ ਗਰੋ ਕਰਦੀ ਪਈ ਹੈ ਔਰ ਕਲਚਰਲ ਰਿਲੇਸ਼ਨਸ ਅੱਛੇ ਬਣਦੇ ਨੇ ਬਾਕੀ ਮੁਲਕਾਂ ਦੇ ਨਾਲ ਵੀ, ਬਾਕੀ ਸੂਬਿਆਂ ਦੇ ਨਾਲ ਵੀ। ਸੋ ਜਿਹੜੇ ਸੈਲਾਨੀ ਆਉਂਦੇ ਨੇ, ਟੂਰਿਸਟ ਆਉਂਦੇ ਨੇ, ਉਹਨਾਂ ਦਾ ਖਾਸ ਆਕਰਸ਼ਣ ਰਹਿੰਦਾ ਹੈ ਅੰਮ੍ਰਿਤਸਰ। ਕਿਉਂ ਨਾ ਹੋਵੇ, ਪਵਿੱਤਰ ਨਗਰ ਹੈ, ਉੱਥੇ ਦਰਬਾਰ ਸਾਹਿਬ ਨੇ, ਉੱਥੇ ਜ਼ਰੂਰ ਜਾਂਦੇ ਨੇ ਸਭ, ਪੂਰੀ ਦੁਨੀਆ ਦੇ ਵਿੱਚ ਜਾਣਦੇ ਨੇ ਸਭ ਲੋਕ। ਤੇ ਨਾਲ ਪੰਜਾਬ ਸਰਕਾਰ ਇਹ ਵੀ ਚਾਹੁੰਦੀ ਹੈ ਕਿ ਬਾਕੀ ਥਾਵਾਂ ਦੇ ਉੱਤੇ ਵੀ ਜਿਹੜੇ ਟੂਰਿਸਟ ਪਲੇਸਿਸ ਡਿਵੈਲਪ ਕੀਤੇ ਜਾ ਸਕਦੇ ਨੇ, ਉਹਨਾਂ ਨਾਲ ਫੋਰਨ ਐਕਸਚੇਂਜ ਵੀ ਆਏਗੀ, ਤਾਂ ਉਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਉਸ ਨੂੰ ਵੀ ਡਿਵੈਲਪਮੈਂਟ ਕੀਤੀ ਜਾਵੇ। ਦੇਖੋ ਬੜਾ ਕੁਛ ਹੈ, ਤੁਸੀਂ ਫਰੀਦਕੋਟ ਦੀ ਗੱਲ ਕਰ ਲਓ। ਫਰੀਦਕੋਟ ਆਪਾਂ ਹੁਣੇ ਜੇ ਦੇਖਿਆ ਸੀ ਕਿ ਮਹਾਰਾਜਾ ਸਾਹਿਬ ਦੀ ਜਿਹੜੀ 43,000 ਕਰੋੜ ਦੀ ਪ੍ਰਾਪਰਟੀ ਆ, ਉਹਨਾਂ ਦਾ ਮਹਿਲ ਆ, ਉਹਨਾਂ ਦੇ ਬਾਗ ਬਗੀਚੇ ਆ, ਉਹਨਾਂ ਦਾ 에ਅਰਪੋਰਟ ਹੈ, ਬੜਾ ਕੁਛ ਹੈ। ਇਹ ਸਾਰਾ ਟੂਰਿਸਟ ਅਟਰੈਕਸ਼ਨ ਆ। ਤੁਸੀਂ ਫੈਸੀਨੇਸ਼ਨ ਹੁੰਦੇ ਆ, ਤੁਹਾਨੂੰ ਹੁੰਦੀ ਆ ਵੀ ਇਹ ਚੀਜ਼ਾਂ ਕਿੱਥੇ ਹੋਣਗੀਆਂ। ਬਠਿੰਡਾ ਚਲੇ ਜਾਓ, ਬਠਿੰਡਾ ਇੰਨਾ ਬਹੁਤ ਕੁਛ ਹੈ। ਫਿਰੋਜ਼ਪੁਰ ਚਲੇ ਜਾਓ ਤੇ ਸਰਹੱਦੀ ਸਟੇਟ ਹੈ ਤੇ ਸਰਹੱਦੀ ਸ਼ਹਿਰ ਹੈ ਤੇ ਬਹੁਤ ਕੁਛ ਹੈ ਉੱਥੇ ਦੇਖਣ ਵਾਲਾ। ਹਰ ਜਗ੍ਹਾ ਦੇ ਵਿੱਚ ਇੱਕ ਆਪਣੀ ਖਸਲਤ ਹੈ ਨਾ। ਤੁਸੀਂ ਉਸ ਨੂੰ ਉਭਾਰ ਕੇ ਤਾਂ ਲੈ ਕੇ ਆਓ। ਚਲੋ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ ਕਿਉਂਕਿ ਉਹ ਪ੍ਰਤੱਖ ਹੈ ਸਾਡੇ ਲਈ, ਤੇ ਉਹ ਉੱਥੇ ਅਸੀਂ ਉੱਥੇ ਹੁਣ ਲੋੜ ਵੀ ਨਹੀਂ, ਉੱਥੇ ਲੋਕਾਂ ਨੂੰ ਪਤਾ ਹੈ, ਉਹਦੀ ਅਵੇਅਰਨੈਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੁਣ। ਬਾਕੀ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਸਕਦਾ, ਬਿਜ਼ਨਸ ਕ੍ਰੀਏਟ ਕੀਤਾ ਜਾ ਸਕਦਾ ਹੈ ਔਰ ਬੜੀਆਂ ਸਾਰੇ ਆਪਸ਼ਨਸ ਨੇ ਸਾਡੇ ਕੋਲੇ। ਅਸੀਂ ਮਿਨੀ ਗੋਆ ਕਹਿੰਦੇ ਹਾਂ, ਉਹ ਵੀ ਮਿਨੀ ਗੋਆ ਵੀ ਡਿਵੈਲਪ ਕੀਤਾ ਜਾ ਸਕਦਾ। ਇੱਥੇ ਬਹੁਤ ਕੁਛ ਹੈ। ਸ਼ਿਵਾਲਕ ਪਹਾੜੀਆਂ, ਉਹਨਾਂ ਨੂੰ ਸਿਰਜਿਆ ਜਾ ਸਕਦਾ ਹੈ ਕਿਉਂਕਿ ਉਹ ਉੱਥੇ ਬਹੁਤ ਟੂਰਿਸਟ ਨੀਡ ਅ ਮਾਸਟਰ ਪਲਾਨ। ਹਾਂ, ਮਾਸਟਰ ਪਲਾਨ। ਜਿਹੜੇ ਤੁਹਾਡੇ ਕੋਲ ਟਾਊਨ ਪਲੈਨਰਸ ਬੈਠੇ ਨੇ ਨਾ, ਉਹ ਟਾਊਨ ਪਲੈਨਰਸ, ਤੁਹਾਨੂੰ ਮਾਫ ਕਰਨਾ ਤੁਹਾਨੂੰ ਰੋਕ ਰਿਹਾ, ਤੁਹਾਨੂੰ ਯਾਦ ਹੋਵੇਗਾ ਨਵਜੋਤ ਸਿੰਘ ਸਿੱਧੂ ਕੋਲੇ ਸੀਗਾ ਟੂਰਿਜ਼ਮ ਐਂਡ ਹੈਰੀਟੇਜ ਮਿਨਿਸਟਰੀ। ਤੁਸੀਂ ਮੈਂ ਛੋਟੀ ਜਿਹੀ ਗੱਲ ਕਰ ਲੈਣਾ, ਕਪੂਰਥਲਾ ਲੈ ਲੈਂਦੇ ਹਾਂ, ਬਹੁਤ ਸਕੋਪ ਹੈ ਉੱਥੇ। ਮਹਾਰਾਜਾ ਜਗਜੀਤ ਸਿੰਘ ਪੈਲੇਸ, ਉਹਨਾਂ ਦੀਆਂ ਸਟੋਰੀਜ਼, ਉਹਨਾਂ ਦੇ ਭਾਂਡੇ ਟੀਂਡੇ। ਕਿਹਾ ਜਾਂਦਾ ਸੀ ਕਿ ਕਪੂਰਥਲਾ ਇੱਕ ਸੁਰੰਗ ਸੀਗੀ ਜਿਹੜੀ ਕਪੂਰਥਲੇ ਤੋਂ ਅੰਦਰੋਂ ਸ਼ੁਰੂ ਹੁੰਦੀ ਸੀ ਤੇ ਬਾਹਰ ਨਿਕਲ ਜਾਂਦੀ ਸੀ ਕਪੂਰਥਲੇ। ਗੇਟ ਇੱਕੋ ਸ਼ਹਿਰ ਹੈ ਜਿਹੜਾ ਪੂਰਾ ਬੰਦ ਹੋ ਜਾਂਦਾ ਹੈ ਗੇਟਸ ਦੇ ਨਾਲ। ਬਾਗਾਂ ਦਾ ਸ਼ਹਿਰ ਹੈ। ਮਸਜਿਦ ਉੱਥੇ ਮੌਰਿਸ਼ ਮਸਜਿਦ ਦਾ ਆਰਕੀਟੈਕਟ ਜਿਹੜਾ ਫ੍ਰੈਂਚ ਆਰਕੀਟੈਕਚਰ ਉਸ ਸਮੇਂ ਦਾ ਲਿਆ ਹੋਇਆ, ਔਰ ਤੁਸੀਂ ਬਾ ਕਮਾਲ ਹੈ ਉੱਥੇ। ਮੁਸਲਿਮ ਧਰਮ ਦੇ ਲਈ ਮੌਰਿਸ਼ ਮਸਕਿਊ ਆ, 5 ਮੰਦਰੀ ਉੱਥੇ ਹਿੰਦੂਆਂ ਦੇ ਲਈ ਹੈ, ਤੇ ਇੰਨੇ ਬਾ ਕਮਾਲ ਆਰਕੀਟੈਕਚਰ ਨੇ, ਕਮਾਲ ਹੈ। ਔਰ ਮੈਂ ਪਰਸਨਲੀ ਉਹਨਾਂ ਦਾ ਮਹਿਲ ਦੇਖਿਆ ਹੈ, ਜਿੱਦਾਂ ਛੱਤਾਂ ਦੇ ਉੱਤੇ ਉਹਨਾਂ ਨੇ ਚਿੱਤਰਕਾਰੀ ਕੀਤੀ, ਇਟਾਲੀਅਨ ਹੈ ਸਾਰੀ। ਔਰ ਤੁਸੀਂ ਦੇਖੋ ਨਾ ਉਹਨਾਂ ਦਾ ਵਿਆਹ, ਜਿਹੜਾ ਉਹਨਾਂ ਦੇ ਮੁੰਡੇ ਦਾ ਵਿਆਹ ਸ਼ਿਮਲੇ ਦੀ ਮਹਾਰਾਣੀ ਦੇ ਨਾਲ, ਪ੍ਰਿੰਸੈਸ ਦੇ ਨਾਲ ਹੁੰਦਾ ਆ। ਉਹ ਬਹੁਤ ਕੁਛ ਹੈ, ਬਹੁਤ ਕੁਛ ਵੇਖਣ ਵਾਲਾ ਹੈ ਜਿਹਨੂੰ ਐਕਸਪਲੋਰ ਕੀਤਾ ਜਾ ਸਕਦਾ, ਲੋਕਾਂ ਨੂੰ ਜੋੜਿਆ ਜਾ ਸਕਦਾ। ਅਰੇ ਗੰਦੀ ਰਾਜਨੀਤੀ ਜਿਹੜੀ ਹੈ ਨਾ, ਉਹਨੇ ਸਭ ਕੁਝ ਖਾ ਲਿਆ। ਹਾਂ, ਮੈਂ ਨਵਜੋਤ ਸਿੰਘ ਸਿੱਧੂ ਨਾਲ ਤਾਂ ਗੱਲ ਕੀਤੀ ਸੀ, ਉਹਨਾਂ ਕੋਲੇ ਮਿਨਿਸਟਰੀ ਮੰਤਰਾਲਾ ਰਿਹਾ ਰਾਜੀਵ ਜੀ, ਉਹਨਾਂ ਨੇ ਕੁਝ ਨਹੀਂ ਕੀਤਾ। ਮੈਂ ਇਹ ਕਹਿ ਰਿਹਾ, ਗੰਦੀ ਰਾਜਨੀਤੀ ਨੇ ਪੰਜਾਬ ਦੇ ਵਿੱਚ ਵੀ ਖਾ ਲਿਆ, ਭਾਰਤ ਦੇ ਵਿੱਚ ਵੀ ਖਾ ਲਿਆ। ਸਭ ਨੂੰ ਆਪਣੀ ਆਪਣੀ ਪੈ ਗਈ, ਮੈਂ ਲੁੱਟ ਲਵਾਂ, ਮੈਂ ਲੁੱਟ ਲਵਾਂ, ਬਸ ਉਹੀ ਲੱਗੀ ਹੋਈ ਹੈ ਹੁਣ ਤੱਕ, ਉਹੀ ਲੱਗੀ ਹੋਈ ਹੈ। ਛਾਪੇ ਤੇ ਛਾਪੇ, ਕਪਲੇ ਦੇ ਕਪਲੇ, ਜਿੱਥੇ ਹੱਥ ਪਾਓ ਉੱਥੇ ਨਵੀਆਂ ਫਾਈਲਾਂ, ਕਈ ਫਾਈਲਾਂ ਹੀ ਗਾਇਬ ਨੇ ਜੀ, ਪਤਾ ਨਹੀਂ ਕੀ ਕੁਝ ਹੋ ਰਿਹਾ। ਸੋ ਠੀਕ ਹੈ, ਫੋਰਨ ਐਕਸਚੇਂਜ ਆਉਣੀ ਚਾਹੀਦੀ ਆ ਔਰ ਪੰਜਾਬ ਨੂੰ ਰਿਚ ਬਣਨਾ ਚਾਹੀਦਾ, ਪੰਜਾਬ ਦਾ ਇਕਨੋਮੀ ਨੂੰ, ਪੰਜਾਬ ਦਾ। ਲਾਇਲਟੀ ਨਹੀਂ ਰਹਿ ਗਈ ਸਾਡੇ ਇੱਧਰ, ਲਾਇਲਟੀ ਪੋਲਿਟਿਕਸ ਦੇ ਵਿੱਚ ਸ਼ੁਰੂ ਤੋਂ ਹੀ ਨਹੀਂ ਰਹੀ। ਈਵਨ ਸਾਡੀ ਜੋ ਹਿਸਟਰੀ ਲਿਖੀ ਗਈ ਆ ਉਹ ਵੀ ਪਤਾ ਨਹੀਂ ਕਲੀਅਰ ਹੈ। ਦੈਟ ਇਜ਼ ਨਾਟ ਹਿਸਟਰੀ, ਹਿਸਟਰੀਓਗ੍ਰਾਫੀ ਆ। ਅਸੀਂ ਪਿਓਰ ਹਿਸਟਰੀ ਨਹੀਂ ਦਿੰਦੇ, ਅਸੀਂ ਓਪੀਨੀਅਨ ਏਜੰਡਾ ਲੈ ਕੇ ਚੱਲਦੇ ਹਾਂ ਕਿ ਮੋਲਡ ਕਿੱਦਾਂ ਕਰਨਾ ਫੈਕਟਸ ਨੂੰ। ਦੈਟ ਇਜ਼ ਦ ਥਿੰਗ। ਔਰ ਉਹਨੂੰ ਨਾਂ ਦਿੰਦੇ ਆ ਸਾਇੰਟੀਫਿਕ ਟੈਂਪਰ। ਸਭ ਤੋਂ ਪਹਿਲਾਂ ਡਿਸਕਵਰੀ ਆਫ ਇੰਡੀਆ ਜੋ ਪੰਡਿਤ ਨਹਿਰੂ ਜੀ ਨੇ ਬੁੱਕ ਲਿਖੀ, ਉਹਦੇ 'ਚ ਆਇਆ ਸੀ ਸਬਜੈਕਟ, ਇਹ ਸ਼ਬਦ ਇਸਤੇਮਾਲ ਹੋਇਆ, ਵਰਡ ਸਾਇੰਟੀਫਿਕ ਟੈਂਪਰ। ਉਹਨੂੰ ਸਾਇੰਟੀਫਿਕ ਟੈਂਪਰ ਉਹਨਾਂ ਨੇ ਜਿਸ ਕੰਟੈਕਸਟ ਵਿੱਚ ਇਸਤੇਮਾਲ ਕੀਤਾ ਪੰਡਿਤ ਨਹਿਰੂ ਜੀ ਨੇ, ਉਹਨਾਂ ਦਾ ਇੱਕ ਆਪਣਾ ਕੰਟੈਕਸਟ ਆ, ਔਰ ਇਹਨਾਂ ਨੇ ਜਿਹੜੇ ਕੰਟੈਕਸਟ ਲੈ ਕੇ ਚੱਲੇ, ਇਹ ਸਭ ਕੁਝ ਹੀ ਮੋਲਡ ਕਰ ਦਿੱਤਾ। ਪਤਾ ਨਹੀਂ ਹਿਸਟਰੀ ਦਾ ਕੀ ਬਣਾ ਕੇ ਰੱਖ ਦਿੱਤਾ ਜੀ। ਕਈ ਚੈਪਟਰਸ ਹੀ ਗਾਇਬ ਨੇ, ਕਈ ਸਾਡੇ ਹੀਰੋਜ਼ ਹੀ ਗਾਇਬ ਨੇ। ਇੱਕ ਅਜੀਬ ਜਿਹੀ ਚੀਜ਼ ਚੱਲਦੀ ਪਈ ਆ। ਆਪਾਂ ਸਾਰਾਗੜ੍ਹੀ ਦੀ ਗੱਲ ਕਰ ਲਈ, ਉਹ ਕਦੇ ਕਿਸੇ ਨੇ ਐਕਸਪਲੋਰ ਹੀ ਨਹੀਂ ਕੀਤੀ। ਉਹ ਇੰਗਲੈਂਡ ਦੇ ਸਿਲੇਬਸਾਂ 'ਚ ਚੱਲਦੀ ਆ ਤੇ ਸਾਡੇ ਇੱਥੇ ਐਕਸਪਲੋਰ ਨਹੀਂ ਕੀਤੀ ਹੈ ਨਹੀਂ। ਔਰ ਪਿੱਛੇ ਜੇ ਅਸੀਂ ਦੇਖਿਆ ਸੀ ਸਾਊਥ ਇੰਡੀਆ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਚੈਪਟਰ ਹੀ ਹਟਾ ਦਿੱਤਾ। ਦੱਸੋ, ਇਹ ਕੋਈ ਅੱਛੀਆਂ ਗੱਲਾਂ ਥੋੜ੍ਹੀਆਂ ਨੇ ਕਿ ਤੁਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਸ਼ਹੀਦਾਂ ਦੇ ਨਾਲ ਵਾਕਫ ਹੀ ਨਹੀਂ ਕਰਦੇ ਪਏ, ਔਰ ਜ਼ਿਲ੍ਹਿਆਂਵਾਲੇ ਬਾਗ ਦੀ ਹਿਸਟਰੀ ਬਦਲਦੇ ਪਏ ਹੋ, ਔਰ ਉਹਨੂੰ ਪੂਰਾ ਬਿਊਟੀਫਾਈ ਕਰਤਾ ਤੁਸੀਂ। ਐਂ ਲੱਗਦਾ ਕਿਸੇ ਤੁਸੀਂ ਪਤਾ ਨਹੀਂ ਕਿਹੜੇ ਪਿਕਨਿਕ ਸਪੌਟ ਬਣਾਤਾ, ਜਦ ਕਿ ਉਹ ਸੰਭਾਲ ਕੇ ਉਵੇਂ ਰੱਖਣਾ ਚਾਹੀਦਾ ਸੀ। ਖੈਰ, ਆਪਾਂ ਅੱਗੇ ਵਧੀਏ। ਸੀਐਮ ਸਾਹਿਬ 8 ਦਿਨ ਦੇ ਦੌਰੇ ਤੇ ਗਏ ਹੋਏ ਨੇ ਜਰਮਨ, ਔਰ ਕਹਿੰਦੇ ਨੇ ਕਿ ਇੰਡਸਟਰੀਲਾਈਜ਼ਡ ਪੰਜਾਬ ਬਣਾਉਣਾ, ਇੰਡਸਟਰੀ ਡਿਵੈਲਪ ਕਰਨੀ। ਦੇਖੋ, ਜਰਮਨ ਇੱਕ ਇਦਾਂ ਦਾ ਮੁਲਕ ਆ ਜਿੱਥੇ ਇੱਕ ਇੱਟ ਵੀ ਪੱਟ ਕੇ ਤੁਸੀਂ ਇੱਥੇ ਨਹੀਂ ਰੱਖਣੀ। ਮਤਲਬ ਕਹਿੰਦੇ ਜੀ ਉੱਥੇ ਤੁਸੀਂ ਭੁੱਜੇ ਬਹਿ ਕੇ ਰੋਟੀ ਖਾ ਲਓ, ਇੰਨਾ ਸੋਹਣਾ ਮੁਲਕ ਹੈ, ਇੰਨਾ ਡਿਵੈਲਪ ਮੁਲਕ ਆ।
ਔਰ ਜਰਮਨ ਦੇ ਵਿੱਚ ਤੁਸੀਂ ਦੇਖੋ ਤੇ ਉੱਥੇ ਪਰ ਕੈਪੀਟਾ ਇਨਕਮ ਬਹੁਤ ਹਾਈ ਆ। ਔਰ ਜਰਮਨ ਦਾ ਉਹ ਜਿਹਨੂੰ ਅਸੀਂ ਕਹਿੰਦੇ ਹੁੰਦੇ ਹਾਂ ਵੀ ਜਰਮਨ ਇਦਾਂ ਦਾ ਆ ਜਿਹੜਾ ਪੂਰੀ ਦੁਨੀਆ ਦੇ ਉੱਤੇ ਰਾਜ ਕਰ ਗਿਆ। ਜਿਹੜਾ ਅਸੀਂ ਅਲੈਗਜ਼ੈਂਡਰ ਸਾਹਿਬ ਦੀ ਗੱਲ ਕਰਦੇ ਹਾਂ, ਸਿਕੰਦਰ, ਉਹ ਜਰਮਨ ਤੋਂ ਹੀ ਹੋਇਆ। ਔਰ ਜਰਮਨ ਵਾਕਈ ਉਹ ਜਰਮਨ ਲੱਗਦਾ ਆ ਕਿ ਹੈਗਾ ਆ। ਸਾਰੇ ਮੁਲਕਾਂ ਦੀ ਸਿਟੀਜ਼ਨ ਤੁਹਾਨੂੰ ਸੌਖੀ ਮਿਲ ਜਾਂਦੀ, ਜਰਮਨ ਦੀ ਨਹੀਂ ਮਿਲਦੀ। ਸੀਐਮ ਸਾਹਿਬ ਗਏ ਨੇ, 8 ਦਿਨਾਂ ਦਾ ਉੱਥੇ ਮੇਲਾ ਲੱਗਾ ਆ, 11 ਤੋਂ 18। ਹਾਂ 11 ਤੋਂ 18 ਤੱਕ, ਇੱਕ ਹਫ਼ਤੇ ਦਾ ਬਣਦਾ ਤਕਰੀਬਨ। ਔਰ ਕਹਿੰਦੇ ਜੀ ਉਹ ਲੈਂਡ ਇਨਵੈਸਟਮੈਂਟ ਗਏ ਨੇ। ਸੋ ਦੇਖਦੇ ਆ ਕਿਹੜੀ ਇਨਵੈਸਟਮੈਂਟ ਆਉਂਦੀ ਹੈ, ਕਿਉਂਕਿ ਬਹੁਤ ਜ਼ਰੂਰੀ ਹੈ। ਹੀ ਸੇਜ਼ ਕਿ ਜਰਮਨ ਦੇ ਕਈ ਕੰਪਨੀਆਂ ਇੰਟਰਸਟਿਡ ਨੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਵਾਸਤੇ। ਇਟਸ ਓਕੇ, ਤੁਹਾਡੀ ਸਟੇਟਮੈਂਟ ਆ ਗਈ। ਹੁਣ ਉਹਨਾਂ ਨੂੰ ਪੋਟੈਂਸ਼ੀਅਲ ਕਿੱਥੇ ਦਿਖਦਾ ਪਿਆ? ਮੈਂ ਉਹੀ ਕਹਿ ਰਿਹਾ ਕਿ ਇੱਕ ਤਾਂ ਪੋਲੀਟੀਕਲ ਅਨਸਟੇਬਿਲਿਟੀ ਜਿਹੜੀ ਹੈ, ਪੋਲੀਟੀਕਲ ਅਨਸਟੇਬਿਲਿਟੀ ਤੋਂ ਅਸੀਂ ਜ਼ਿਆਦਾ ਲੈ ਲਈਏ ਕਿ ਅਨਸਟੇਬਿਲਿਟੀ ਹੈ, ਕਿਉਂਕਿ ਐਨਆਈਏ ਨੇ ਸਵੇਰੇ ਛਾਪੇਮਾਰੀ ਕੀਤੀ ਹੈ, ਈਟੀ ਇੱਥੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਔਰ ਗੈਂਗ ਵਾਰ ਹੋ ਰਹੀਆਂ ਨੇ। ਸੋ ਇਹ ਡਰੱਗਸ ਹੈ, ਅਨਸਟੇਬਿਲਿਟੀ ਤਾਂ ਹੈ। ਸੋ ਅਨਸਟੇਬਿਲਿਟੀ ਦੇ ਵਿੱਚ ਕੌਣ ਪੋਟੈਂਸ਼ੀਅਲ ਲੱਭੂਗਾ ਆਪਣਾ? ਮਤਲਬ ਉਹਨੂੰ ਜਰਮਨ ਦੀ ਜੋ ਗਵਰਨਮੈਂਟ ਹੈ ਜਾਂ ਜੋ ਵੀ ਉਹਨਾਂ ਦੀਆਂ ਏਜੰਸੀਜ਼ ਨੇ ਜਾਂ ਜੋ ਵੀ ਉਹਨਾਂ ਦੇ ਡਿਪਾਰਟਮੈਂਟਸ ਨੇ ਜਾਂ ਜੋ ਵੀ ਇੰਸਟੀਚਿਊਟਸ ਨੇ, ਯੂਨੀਵਰਸਿਟੀਆਂ ਜੋ ਵੀ ਇਨਵੈਸਟ ਕਰਨਾ ਚਾਹਣਗੇ, ਉਹਨਾਂ ਨੂੰ ਪੰਜਾਬ ਦਾ ਕੋਈ ਵਿਜ਼ਨ ਤਾਂ ਦਿਖਣਾ ਚਾਹੀਦਾ ਨਾ। ਅੱਛਾ, ਤੁਹਾਨੂੰ ਇੱਕ ਗੱਲ ਯਾਦ ਹੋਵੇਗੀ ਕਿ ਪਹਿਲਾਂ ਜਦੋਂ 2014 ਚ ਮੋਦੀ ਸਾਹਿਬ ਜਿੱਤਦੇ ਨੇ, ਕੋਈ ਮੁਲਕ ਨਹੀਂ ਜਿਹੜਾ ਉਹਨਾਂ ਨੇ ਨਹੀਂ ਘੁੰਮਿਆ। ਅਮਰੀਕਾ ਉਹਨਾਂ ਨੂੰ ਵੀਜ਼ਾ ਨਹੀਂ ਸੀ ਦਿੰਦਾ, ਉੱਥੇ ਵੀ ਚਲੇ ਗਏ। ਸਵਿਟਜ਼ਰਲੈਂਡ ਗਏ ਤਾਂ ਉੱਥੇ ਦੇ ਉਹ ਜਿਹੜਾ ਉਹਨਾਂ ਦਾ ਕਰਤਾ ਧਰਤਾ ਸੀ, ਉਹ ਸਾਈਕਲ ਚਲਾਉਂਦਾ ਸੀ, ਉਹਨਾਂ ਨੇ ਸਾਈਕਲ ਦੇ ਦਿੱਤਾ। ਕਹਿੰਦੇ ਜੀ ਮੈਂ ਤਾਂ ਇਨਵੈਸਟਮੈਂਟ ਲੈ ਕੇ ਆਉਂਗਾ। 1 ਰੁਪਏ ਦੀ ਇਨਵੈਸਟਮੈਂਟ ਨਹੀਂ ਆਈ ਕਿਤੇ, ਉਹ ਬਾਕੀ ਕੀ ਸਗੋਂ ਇਨਵੈਸਟਮੈਂਟ ਘਟੀ ਹੈ, ਜੋ ਉਹ ਅੰਕੜੇ ਕਹਿੰਦੇ ਸੀਗੇ। ਬਟ ਐਕਸਪਰਟਸ ਕਈ ਵਾਰੀ ਵੀ ਕਹਿੰਦੇ ਨੇ ਕਿ ਜਿਹੜੇ ਵੱਡੇ ਵੱਡੇ ਕਾਰਪੋਰੇਟਸ ਨੇ ਉਹਨਾਂ ਵਾਸਤੇ ਚੰਗੀ ਮਾਰਕੀਟਿੰਗ ਕਰਦੀ ਰਹੀ ਹੈ ਉਹਨਾਂ ਦੀ ਟੀਮ, ਜਿੱਥੇ ਵੀ ਗਈ ਹੈ ਉਹਨਾਂ ਦੇ ਟਾਈ ਅਪਸ ਜ਼ਰੂਰ ਹੋਏ। ਉਹਨਾਂ ਦੇ ਟਾਈਪਸ ਹੋ ਗਏ ਆ। ਦੇਖੋ ਉਹਨਾਂ ਦੇ ਟਾਈਪਸ ਤਾਂ ਪਹਿਲਾਂ ਵੀ ਸੀਗੇ। ਅਗਲਿਆਂ ਨੇ ਇੰਗਲੈਂਡ ਦੇ ਵਿੱਚ ਐਡੀ ਪ੍ਰਾਪਰਟੀ ਕਮਾਈ ਆ। ਹੁਣੇ ਜੇ ਅੰਬਾਨੀ ਸਾਹਿਬ ਦੇ ਮੁੰਡੇ ਨੇ ਦੁਬਈ ਦਾ ਸਭ ਤੋਂ ਮਹਿੰਗਾ ਜਿਹੜਾ ਕਹਿੰਦੇ ਹੁੰਦੇ ਆ ਫਲੈਟ ਲਿਆ ਆ, ਤਾਂ ਉਹ ਉਹਨਾਂ ਦੇ ਲਈ ਤਾਂ ਬਹੁਤ ਚੰਗੀਆਂ ਗੱਲਾਂ ਨੇ। ਯੈਸ, ਅਰਬਪਤੀ ਸਾਡੇ ਜਿਹੜੇ ਪਹਿਲਾਂ 50 ਤੋਂ 53 ਤੱਕ ਸੀਗੇ, ਇਸ ਵਕਤ 150 ਤੋਂ ਉੱਤੇ ਜਾ ਚੁੱਕੇ, 150 ਤੋਂ ਉੱਪਰ ਜਾ ਰਹੇ ਆ। ਔਰ ਸਾਡੇ ਇੱਕ ਬਹੁਤ ਜਾਣੇ ਮਾਣੇ ਕਾਰਪੋਰੇਟ ਹਾਊਸ ਵਾਲੇ ਵਿਸ਼ਵ ਦੇ ਤੀਸਰੇ ਨੰਬਰ ਤੇ ਸ਼ਾਇਦ ਜਾਂ ਚੌਥੇ ਨੰਬਰ ਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਨੇ। ਉਹ ਫਿਰ ਦੇਣਾ ਤਾਂ ਦੇਖੋ ਸਰਕਾਰ ਦਾ ਹੀ ਆ ਨਾ, ਜਾਂ ਸਰਕਾਰ ਦੀਆਂ ਉਹਨਾਂ ਦੀਆਂ ਦੇਣਾ ਸਰਕਾਰ ਨੂੰ ਆ। ਸੋ ਇਦਾਂ ਹੀ ਚੱਲਦਾ ਹੈ। ਇੱਕ ਨਾ ਫਿਲਮ ਹੈ ਖਲਨਾਇਕ, ਉਹਦਾ ਇੱਕ ਬੜਾ ਪਪੂਲਰ ਡਾਇਲੋਗ ਹੈ, ਹੋਤਾ ਹੈ ਚਲਤਾ ਹੈ ਦੁਨੀਆ ਹੈ। ਸੋ ਇਦਾਂ ਹੀ ਚੱਲਦਾ ਹੈ। ਚਲੋ ਹੁਣ ਆਪਾਂ ਚੱਲੀਏ। ਹੁਣ ਆਪਾਂ ਵੀ ਚੱਲੀਏ। ਠੀਕ ਹੈ। ਵਾਕਈ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਵਾਂਗੇ, ਔਰ ਨਵੇਂ ਮੁੱਦੇ ਆਉਂਦੇ ਰਹਿਣਗੇ। ਆਉਂਦੇ ਹੀ ਰਹਿਣਗੇ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਾਨੂੰ ਦਿਓ ਆ ਗਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।